पग पंकज बंदन सिमरो अंगद दुख निकंदन। अमरदास गुर हृदय ध्यान हृदय ध्यान। श्री गुरु रामदास गुण गावो। श्री अर्जुन विघ्नन के नाशक विघ्नन के नाशक। श्री हरगोबिंद शुभ सुमत प्रकाशक। श्री हर राय नमो कर जोरी नमो कर जोरी। गुरु हर कृष्ण मनाए बहोरी। गुरु तेग बहादुर परम किरपाला। वाहिगुरु परम किरपाला। श्री गुरु गोबिंद सिंह बेसाला। तरों धरा पर पुन पुन सीसा। वाहिगुरु पुन पुन सीसा। बंदा बार बार जगदीशा। जिसमें अमृत ज्ञान है माणक भगत बैराग। श्री गुरु ग्रंथ साहिब उदद बंदों करे। एक ओंकार सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतपूरब श्री हरमंदर गई। दरस बिलोकत हरखत भई। चढ़ गमनी परदे असुआरी। साध संगत जी, आप जी ने कल कथा सरवण कीती सी। धन धन गरीब नवाज सतगुरु जी श्री गुरु हरगोबिंद साहिब जी महाराज। सतगुरु जी महान किरपा कीती, बख्शिश कीती। अगले दिन जिस दिन महाराज हरमंदर साहिब आए, अगले दिन महाराज श्री अकाल तख्त साहिब आके सुभाईमान हुए। बादशाह जहांगीर सच्चे पातशाह महाराज जी दे दर्शन करने वास्ते श्री अकाल तख्त साहिब पहुंचे जी। कड़ा प्रसाद दी देग बादशाह जहांगीर ने आप करवाई जी। सतगुरु जी दे बहुत सुंदर दर्शन कीते। फिर बादशाह जहांगीर ने अरदास बेनती भी करवाई जी। कल भी बेनती की सी। साध संगत जी, जदों असी किसी अस्थान ते जाने आ ते सानू उस अस्थान की मर्यादा का पता होना चाहिए है जी। उस अस्थान की मर्यादा की है। जे असी उस अस्थान ते जाके उस अस्थान की मर्यादा नू फॉलो करांगे ते उहदे विच ज़्यादा सुख ते आनंद है। महाराज सच्चे पातशाह जी दे कोल जहांगीर आया। जहांगीर ने अरदास बेनती करवाई है। फिर जहांगीर ने साध संगत जी इच्छा जाहिर की भी मैं हरमंदर साहिब जाना है जी। सतगुरु जी दे नाल मिल के जहांगीर बादशाह श्री हरमंदर साहिब विखे गया जी। उपरंत आप जी ने सरवण कीता। साध संगत जी अंदर भाई सत्ता ते बलवंड जी सतगुरु जी की बाणी का कीर्तन कर रहे हैं जी।
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਬਾਬਾ ਬੁੱਢਾ ਸਾਹਿਬ ਜੀ ਬੈਠੇ ਹੋਏ ਨੇ ਜੀ। ਬਾਬਾ ਜੀ ਚੌਰ ਸਾਹਿਬ ਕਰ ਰਹੇ ਹਨ। ਗੁਰੂ ਹਰਗੋਬਿੰਦ ਸਾਹਿਬ ਬੈਠ ਗਏ। ਬਾਦਸ਼ਾਹ ਜਹਾਂਗੀਰ ਨੇ ਮਾਇਆ ਰੱਖ ਕੇ, ਕੜਾਹ ਪ੍ਰਸ਼ਾਦ ਰੱਖ ਕੇ, ਰਤਨ ਜਵੇਹਰ ਲਾਲ ਕੀਮਤੀ ਰੱਖ ਕੇ, ਮੋਹਰਾਂ ਰੱਖ ਕੇ ਹਰਮੰਦਰ ਸਾਹਿਬ ਮੱਥਾ ਟੇਕਿਆ ਜੀ। ਕੁਝ ਸਮਾਂ ਉਹਨੇ ਕੀਰਤਨ ਦਾ ਆਨੰਦ ਲਿਆ ਜੀ। ਬਾਦਸ਼ਾਹ ਦੀ ਆਤਮਾ ਜਿਹੜੀ ਹੈ ਉਹ ਸਾਧ ਸੰਗਤ ਦੀ ਠੰਡੀ ਹੋਈ ਹੈ, ਉਹਦੀ ਆਤਮਾ ਨੂੰ ਸਕੂਨ ਮਿਲਿਆ ਹੈ ਜੀ। ਦਾਸ ਨੇ ਇੱਕ ਵਾਰੀ ਪਹਿਲਾਂ ਵੀ ਬੇਨਤੀ ਕੀਤੀ ਸੀ, ਅੱਜ ਫਿਰ ਬੇਨਤੀ ਕਰ ਦਿੰਦਾ ਹੈ। ਜਿਸ ਜਗ੍ਹਾ ਤੇ ਲਗਾਤਾਰ ਬੰਦਗੀ ਹੋ ਰਹੀ ਹੋਵੇ, ਉਸ ਜਗ੍ਹਾ ਦੇ ਵਿੱਚ ਇਹ ਕਿਰਪਾ ਵਰਤਣ ਲੱਗ ਪੈਂਦੀ ਹੈ। ਉਸ ਅਸਥਾਨ ਤੇ ਕੋਈ ਵੀ ਬੈਠੇ ਉਹਦਾ ਮਨ ਪਵਿੱਤਰ ਹੋਣ ਲੱਗ ਪੈਂਦਾ ਹੈ। ਇਹਦੇ ਉਲਟ ਜਿੱਥੇ ਸਦਾ ਪਾਪ ਹੋ ਰਹੇ ਆ ਜੀ, ਜਿਸ ਧਰਤੀ ਤੇ ਪਾਪ ਕਰਮ ਹੁੰਦਾ ਹੈ, ਉੱਥੇ ਕੋਈ ਕਈ ਵਾਰੀ ਪੁੰਨੀ ਬੰਦਾ ਜਾ ਕੇ ਬੈਠੇ, ਉਹਦਾ ਮਨ ਵੀ ਪਾਪ ਕਰਨ ਨੂੰ ਸ਼ੁਰੂ ਹੋ ਜਾਂਦਾ ਹੈ ਜੀ। ਇਸੇ ਕਰਕੇ ਘਰ ਦੇ ਵਿੱਚ ਜਿਸ ਜਗ੍ਹਾ ਬੈਠ ਕੇ ਤੁਸੀਂ ਬਾਣੀ ਪੜ੍ਹਦੇ ਹੋ, ਨਿਤਨੇਮ ਕਰਦੇ ਹੋ, ਤੁਸੀਂ ਆਮ ਵੇਖਿਓ ਉਸ ਜਗ੍ਹਾ ਦਾ ਤੇ ਜਿੱਥੇ ਤੁਸੀਂ ਸੌਂਦੇ ਹੋ ਉਸ ਜਗ੍ਹਾ ਦੀ ਵਾਈਬ੍ਰੇਸ਼ਨਸ ਦਾ ਫਰਕ ਹੋਏਗਾ ਜੀ। ਕਿਉਂ? ਉੱਥੇ ਬਾਣੀ ਦਾ ਪ੍ਰਤਾਪ ਵਰਤ ਰਿਹਾ ਹੈ। ਇੱਕ ਵਾਰੀ ਪਿਆਰ ਨਾਲ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੋਈ, ਜਹਾਂਗੀਰ ਦਾ ਮਨ ਸ਼ਾਂਤ ਹੋਇਆ ਜੀ। ਜਹਾਂਗੀਰ ਉੱਥੇ ਬੈਠਾ ਮਹਾਰਾਜ ਨੂੰ ਬੇਨਤੀ ਕਰਨ ਲੱਗਾ, ਸੱਚੇ ਪਾਤਸ਼ਾਹ ਮਾਇਆ ਸਰਕਾਰ ਦੇਗੀ, ਪੈਸੇ ਖੁੱਲੇ ਆਉਣਗੇ, ਇੱਥੇ ਹੋਰ ਸੋਹਣੀਆਂ ਸੋਹਣੀਆਂ ਇਮਾਰਤਾਂ ਬਣਾਓ। ਸਤਿਗੁਰੂ ਜੀ ਨੇ ਬਚਨ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਬਾਦਸ਼ਾਹ ਸਮੇਂ ਦੇ ਨਾਲ ਇਹ ਅਸਥਾਨ ਸੋਨੇ ਦਾ ਬਣ ਜਾਣਾ ਕਹਿਣ ਲੱਗੇ। ਸਾਡੇ ਸਿੱਖ ਤਨ ਮਨ ਧਨ ਨਾਲ ਸੇਵਾ ਕਰਕੇ ਇਸ ਅਸਥਾਨ ਨੂੰ ਸੋਨੇ ਦਾ ਬਣਾ ਦੇਣਗੇ ਜੀ। ਬਾਹਰ ਆਏ ਗੁਰੂ ਹਰਗੋਬਿੰਦ ਸਾਹਿਬ ਨੇ ਬਾਦਸ਼ਾਹ ਨੂੰ ਬਹੁਤ ਵਧੀਆ ਸਰੋਪਾ ਤੇ ਮਿਸ਼ਰੀ ਦਾ ਪ੍ਰਸ਼ਾਦ ਦਿੱਤਾ ਜੀ। ਇਹਦੇ ਤੋਂ ਬਾਅਦ ਵਜ਼ੀਰ ਖਾਂ, ਕਿੰਚ ਬੇਗ ਜਿਹੜੇ ਉਹਦੇ ਹਾਕਮ ਨੇ, ਉਹਨਾਂ ਨੂੰ ਸਤਿਗੁਰਾਂ ਨੇ ਸਰੋਪੇ ਤੇ ਪਤਾਸੇ ਦਿੱਤੇ ਜੀ। ਤੇ ਸੰਗਤ ਜੀ ਜਿਹੜੇ ਆਮ ਲੋਕ ਨਾਲ ਸਿਪਾਹੀ ਆਏ ਸਨ, ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਮਾਇਆ ਦਿੱਤੀ ਜੀ। ਬਾਦਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ, ਅਕਾਲ ਤਖਤ ਸਾਹਿਬ ਜੀ ਦੇ ਅੱਗੇ ਬਾਦਸ਼ਾਹ ਨੇ ਆ ਕੇ ਮੱਥਾ ਟੇਕਿਆ। ਫਿਰ ਸਾਧ ਸੰਗਤ ਦੀ ਬਾਦਸ਼ਾਹ ਜਿੱਥੇ ਉਹਦਾ ਨਿਵਾਸ ਸਥਾਨ ਸੀਗਾ ਅੰਮ੍ਰਿਤਸਰ ਵਿੱਚ, ਜਿੱਥੇ ਉਹਦਾ ਡੇਰਾ ਸੀ, ਉੱਥੇ ਪਹੁੰਚ ਗਿਆ ਜੀ। ਤੇ ਕੱਲ ਤੁਸੀਂ ਸੁਣਿਆ ਬੇਗਮਾਂ ਨੇ ਬਾਦਸ਼ਾਹ ਨੂੰ ਪੁੱਛਿਆ ਵੀ ਅੱਜ ਤੜਕੇ ਹੀ ਆ ਗਏ ਹੋ, ਕੀ ਗੱਲ ਹੈ? ਤੜਕੇ ਕਿਤੇ ਗਏ ਸੀ, ਹੁਣ ਵਾਪਸ ਆਏ ਹੋ, ਕੀ ਗੱਲ ਹੈ? ਤੇ ਬੇਗਮਾਂ ਨੂੰ ਬਾਦਸ਼ਾਹ ਕਹਿਣ ਲੱਗਾ, ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਗਿਆ ਸਾਂ ਤੇ ਨਾਲ ਹੀ ਉਹਨਾਂ ਦੇ ਹਰਮੰਦਰ ਸਾਹਿਬ ਦੇ ਵੀ ਦਰਸ਼ਨ ਕੀਤੇ ਹਨ। ਬੇਗਮਾਂ ਕਹਿਣ ਲੱਗੀਆਂ ਵੀ ਅਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਤਨੀ ਦੇ ਦਰਸ਼ਨ ਕਰਨੇ ਹੈ। ਉਹ ਕੌਣ ਭਾਗਾਂ ਵਾਲੀ ਇਸਤਰੀ ਹੈ ਜਿਹਦੇ ਪਤੀ ਗੁਰੂ ਹਰਗੋਬਿੰਦ ਸਾਹਿਬ ਹਨ। ਸੋ ਬੇਗਮਾਂ ਨੇ ਇੱਛਾ ਜ਼ਾਹਰ ਕੀਤੀ ਹੈ ਸਤਿਗੁਰਾਂ ਦੇ ਅਸਥਾਨ ਦੇ ਦਰਸ਼ਨ ਕਰਨ ਦੀ, ਸਤਿਗੁਰਾਂ ਦੇ ਪਰਿਵਾਰ ਨੂੰ ਮਿਲਣ ਦੀ। ਹੁਣ ਉਹ ਅੱਗੋਂ ਕਥਾ ਆਰੰਭ ਹੋ ਰਹੀ ਹੈ। ਬੜੇ ਪਿਆਰ ਦੇ ਨਾਲ ਕਥਾ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਪਿਆਰ ਨਾਲ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਚੜ੍ਹ ਗਮਨੀ ਪਰਦੇ ਅਸਵਾਰੀ, ਆਏ ਗੁਰੂ ਕੀ ਪੁਰੀ ਨਿਹਾਰੀ। ਸਾਧ ਸੰਗਤ ਦੀ ਫਿਰ ਬੇਗਮਾਂ
ਆਪਣੀਆਂ ਆਪਣੀਆਂ ਸਵਾਰੀਆਂ ਤੇ ਚੜ੍ਹ ਗਈਆਂ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪੁਰੀ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਆ ਗਈਆਂ ਜੀ। ਹਾਂਜੀ, ਪੂਰਬ ਸ਼੍ਰੀ ਹਰਮੰਦਰ ਗਈ। ਸਭ ਤੋਂ ਪਹਿਲਾਂ ਬੇਗਮਾਂ ਸ੍ਰੀ ਹਰਮੰਦਰ ਸਾਹਿਬ ਨਮਸਕਾਰ ਕਰਨ ਗਈਆਂ ਜੀ। ਹਾਂਜੀ, ਦਰਸ ਬਿਲੋਕਤ ਹਰਖਤ ਭਈ। ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਉੱਥੇ ਬੈਠ ਕੇ ਆਨੰਦ ਪ੍ਰਾਪਤ ਹੋਇਆ। ਬੇਗਮਾਂ ਬਹੁਤ ਖੁਸ਼ ਹੋਈਆਂ ਜੀ, ਬਹੁਤ ਪ੍ਰਸੰਨ ਹੋਈਆਂ। ਦਰਬ ਅਕੋਰ ਧਰੀ ਕਰ ਨਮੋ। ਤੇ ਬੇਗਮਾਂ ਸਨ ਜੀ, ਇਹਨਾਂ ਨੇ ਵੀ ਮਾਇਆ ਰੱਖ ਕੇ ਮੱਥਾ ਟੇਕਿਆ ਜੀ। ਹਾਂਜੀ, ਗੁਰ ਘਰ ਕੋ ਚਾਲੀ ਤੇ ਸਮੋ। ਤੇ ਫਿਰ ਗੁਰੂ ਕੇ ਮਹਿਲਾਂ ਨੂੰ ਤੁਰ ਪਈਆਂ ਜੀ। ਕਿਉਂ? ਬੇਗਮਾਂ ਮਾਤਾ ਦਮੋਦਰੀ ਜੀ ਨੂੰ ਮਿਲਣਾ ਚਾਹੁੰਦੀਆਂ ਨੇ ਜੀ। ਹਾਂਜੀ, ਮਾਤ ਗੰਗ ਵੱਡ ਫਰਸ਼ ਕਰਾਏ। ਹਾਂਜੀ, ਬੈਠੀ ਵਿੱਚ ਤ੍ਰਿਅਨ ਸਮੁਦਾਏ। ਆਖੋ ਵਾਹਿਗੁਰੂ। ਮਾਤਾ ਗੰਗਾ ਜੀ ਨੂੰ ਪਤਾ ਲੱਗਾ ਵੀ ਜਹਾਂਗੀਰ ਦੀਆਂ ਬੇਗਮਾਂ ਆ ਰਹੀਆਂ ਨੇ ਜੀ। ਤੇ ਗੁਰੂ ਕੇ ਮਹਿਲਾਂ ਦੇ ਵਿੱਚ ਨਾ ਮਾਤਾ ਜੀ ਨੇ ਵਿਛਾਈ ਕਰਵਾਈ ਜੀ ਬੈਠਣ ਵਾਸਤੇ ਜੀ। ਵਿਛਾਈ ਕਰਵਾਈ ਜੀ, ਆਪ ਮਾਤਾ ਜੀ ਬੈਠ ਗਏ ਜੀ। ਹੋਰ ਇਸਤਰੀਆਂ ਲਾਗੇ ਬੈਠ ਗਈਆਂ। ਹਾਂਜੀ, ਨਿਕਟ ਆਪਣੇ ਨੁਖਾ ਬਿਠਾਈ। ਤੇ ਨਾਲ ਹੀ ਮਾਤਾ ਜੀ ਨੇ ਆਪਣੀ ਨਹੁੰ ਜਗਤ ਮਾਤਾ ਮਾਤਾ ਦਮੋਦਰੀ ਜੀ ਨੂੰ ਬਿਠਾ ਲਿਆ ਜੀ। ਹਾਂਜੀ, ਬਸਤਰ ਬਿਭੂਖਨ ਸੋ ਸ਼ਬ ਸ਼ਾਈ। ਮਾਤਾ ਦਮੋਦਰੀ ਜੀ ਨੇ ਬਹੁਤ ਸੋਹਣੇ ਬਸਤਰ ਗਹਿਣੇ ਧਾਰਨ ਕੀਤੇ ਹੋਏ ਹਨ। ਪ੍ਰਵਿਸ਼ੀ ਬੇਗਮ ਸਦਨ ਮਝਾਰੀ। ਤੇ ਬੇਗਮਾਂ ਫਿਰ ਗੁਰੂ ਕੇ ਮਹਿਲਾਂ ਵਿੱਚ ਆਈਆਂ ਜੀ। ਹਾਂਜੀ, ਗਮਨੀ ਆਗੈ ਤਜ ਅਸਵਾਰੀ। ਸਾਰੀਆਂ ਅਸਵਾਰੀਆਂ ਛੱਡ ਦਿੱਤੀਆਂ ਤੇ ਗੁਰੂ ਕੇ ਮਹਿਲਾਂ ਵਿੱਚ ਪ੍ਰਵੇਸ਼ ਹੋਈਆਂ ਜੀ। ਹਾਂਜੀ, ਜੇਵਰ ਜਰੇ ਜਵਾਹਰ ਬ੍ਰਿੰਦ। ਹਾਂਜੀ। ਕੰਚਨ ਕੇ ਗੁਣ ਚਾਰ ਬਿਲੰਦ। ਬਸਤਰ ਜੇ ਇਸਤਰੀਨ ਪਹਿਰਨ ਗਾਤ। ਰੇਸ਼ਮ ਪਸ਼ਮ ਬਰਨ ਬਹੁ ਭਾਂਤ। ਤੇ ਫਿਰ ਬੇਗਮਾਂ ਨੇ ਨਾ ਜੀ ਕਈ ਥਾਲ ਭਰ ਕੇ ਕੱਪੜਿਆਂ ਦੇ ਲਿਆਂਦੇ ਜੀ। ਹੀਰੇ ਜਵਾਹਰਾਤ ਲਿਆਂਦੇ ਜੀ। ਸੋਨੇ ਦੇ ਕੰਗਣ ਲੈ ਕੇ ਆਈਆਂ ਜੀ। ਪਾਉਣ ਵਾਲੇ ਗਹਿਣੇ ਲੈ ਕੇ ਆਈਆਂ ਤੇ ਰੇਸ਼ਮ ਦੇ ਕੱਪੜੇ ਬੇਗਮਾਂ ਲੈ ਕੇ ਆਈਆਂ ਜੀ। ਹਾਂਜੀ, ਧਰ ਕਰ ਸਭ ਸ਼ੁਭ ਗੰਗ ਅਗਾਰੀ। ਤੇ ਇੱਕ ਦਾਸੀ ਨੇ ਫਿਰ ਬੇਗਮਾਂ ਨੂੰ ਦੱਸਿਆ, ਇਹ ਸਾਡੇ ਗੁਰੂ ਅਰਜਨ ਦੇਵ ਜੀ ਦੇ ਮਹਿਲ ਸਾਡੇ ਮਾਤਾ ਜੀ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਹਨ। ਤੇ ਬਾਦਸ਼ਾਹ ਦੀਆਂ ਬੇਗਮਾਂ ਨੇ ਉਹ ਸਾਰਾ ਕੁਝ ਮਾਤਾ ਜੀ ਦੇ ਅੱਗੇ ਰੱਖ ਕੇ ਤੇ ਮਾਤਾ ਜੀ ਨੂੰ ਮੱਥਾ ਟੇਕਿਆ ਜੀ। ਹਾਂਜੀ, ਗਨ ਬੇਗਮ ਤਬ ਬੰਧਨ ਧਾਰੀ। ਜਿੰਨੀਆਂ ਬੇਗਮਾਂ ਸਨ ਸਾਰੀਆਂ ਨੇ ਮਾਤਾ ਜੀ ਮਾਤਾ ਗੰਗਾ ਜੀ ਨੂੰ ਮੱਥਾ ਟੇਕਿਆ। ਗੁਰ ਜਨਨੀ ਨੇ ਬਹੁ ਸਨਮਾਨੀ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਮਾਤਾ ਗੰਗਾ ਜੀ ਕੋਈ ਆਮ ਥੋੜੀ ਇਸਤਰੀ ਹੈਗੇ ਜੀ। ਮਾਤਾ ਗੰਗਾ ਜੀ ਨੇ ਬੜਾ ਸਨਮਾਨ ਕੀਤਾ ਜੀ ਉਹਨਾਂ ਬੇਗਮਾਂ ਦਾ ਜੀ। ਹਾਂਜੀ, ਹਰ ਖਾਵਤ ਕਹਿ ਮਾਧੁਰ ਬਾਣੀ। ਤੇ ਖੁਸ਼ੀ ਦੇ ਨਾਲ ਨਾ ਫਿਰ ਮਾਤਾ ਜੀ ਮਿੱਠੇ ਬੋਲ ਬੋਲ ਕੇ ਕਹਿਣ ਲੱਗੇ। ਹਾਂਜੀ, ਨਿਕਟ ਆਪਣੇ ਸਕਲ ਬਿਠਾਈ। ਆਓ ਆਓ, ਕਹਿਣ ਲੱਗੇ ਮੇਰੇ ਨੇੜੇ ਬੈਠੋ। ਸਭ ਬੇਗਮਾਂ ਬੇਗਮ ਪੁਣੇ ਦਾ ਮਾਣ ਛੱਡ ਕੇ ਆਮ ਇਸਤਰੀਆਂ ਸੰਗਤ ਵਾਲੀ ਬਣ ਕੇ ਤੇ ਲਾਗੇ ਬੈਠੀਆਂ ਆ ਕੇ ਜੀ। ਹਾਂਜੀ, ਪਤ ਬ੍ਰਤ ਧਰਮ ਧਰੋ ਸਿੱਖ ਗਾਈ। ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਤੇ ਫਿਰ ਮਾਤਾ ਗੰਗਾ ਜੀ ਬੜੇ ਸਿਆਣੇ ਤੇ ਮਾਤਾ ਗੰਗਾ ਜੀ ਨੇ ਨਾ ਉਹਨਾਂ ਇਸਤਰੀਆਂ ਨੂੰ ਬੇਗਮਾਂ ਨੂੰ ਆਸ਼ੀਰਵਾਦ ਦਿੱਤਾ ਵੀ ਤੁਸੀਂ ਪਤੀ ਵਰਤਾ ਹੁਕਮ ਵਿੱਚ ਅਟਲ ਰਹੋ। ਭਾਵ ਆਪਣੇ ਪਤੀ ਦੀ ਆਗਿਆ ਮੰਨੋ, ਆਪਣੇ ਪਤੀ ਦੇ ਹੁਕਮ ਮੰਨੋ, ਆਪਣੇ ਪਤੀ ਦੀ ਖੁਸ਼ੀ ਲਵੋ। ਇਸ ਧਰਮ ਵਿੱਚ ਤੁਸੀਂ ਪੱਕੀਆਂ ਹੋ। ਸਾਧ ਸੰਗਤ ਜੀ ਚੇਤਾ ਰੱਖਿਓ, ਜਿਹੜੀ ਇਸਤਰੀ ਆਪਣੇ ਪਤੀ ਦਾ ਹੁਕਮ ਮੰਨਦੀ ਹੈ ਨਾ ਜੀ, ਹੁਕਮ ਮੰਨਣਾ ਆਪਣੇ ਪਤੀ ਦਾ, ਸਤ ਬਚਨ ਕਰਨਾ, ਇਹਦੇ ਨਾਲ ਵੀ ਇੱਕ ਤਾਕਤ ਪੈਦਾ ਹੁੰਦੀ ਹੈ ਜੀ। ਇਹ ਵੀ ਇੱਕ ਭਗਤੀ ਹੈਗੀ ਹੈ ਜੀ। ਤੇ ਚੇਤਾ ਰੱਖਿਓ, ਪਤੀ ਤੇ ਪਤਨੀ ਇਹ ਰਿਸ਼ਤਾ ਇੰਨਾ ਜ਼ਿਆਦਾ ਪਵਿੱਤਰ ਹੈਗਾ ਕਿ ਸੱਚੇ ਪਾਤਸ਼ਾਹ ਨੇ ਬਾਣੀ 'ਚ ਕਿਹਾ, ਰੱਬ ਹੇ ਪਰਮੇਸ਼ਰ
ਤੂੰ ਸਾਡਾ ਪਤੀ ਆ ਤੇ ਅਸੀਂ ਤੇਰੀਆਂ ਪਤਨੀਆਂ ਹਾਂ। ਆਖੋ ਵਾਹਿਗੁਰੂ। ਕਿੰਨਾ ਪਵਿੱਤਰ ਰਿਸ਼ਤਾ ਹੈਗਾ। ਹੇ ਵਾਹਿਗੁਰੂ, ਤੂੰ ਸਾਡਾ ਕੰਤ ਹੈਗਾ, ਸਾਡਾ ਮਾਲਕ ਹੈ, ਸਾਡਾ ਪਤੀ ਆ ਤੇ ਅਸੀਂ ਤੇਰੀਆਂ ਇਸਤਰੀਆਂ ਹਾਂ। ਕਿਉਂ? ਇਸਤਰੀ ਨੇ ਸਦਾ ਪਤੀ ਦਾ ਹੁਕਮ ਮੰਨਣਾ ਹੈ ਜੀ। ਸੋ ਮਾਤਾ ਜੀ ਨੇ ਨਾ ਉਹਨਾਂ ਨੂੰ ਆਸ਼ੀਰਵਾਦ ਦਿੱਤਾ, ਤੁਸੀਂ ਸਦਾ ਹੀ ਆਪਣੇ ਪਤੀ ਦੇਵ ਦਾ ਹੁਕਮ ਮੰਨੋ, ਪਤੀ ਵਰਤਾ ਧਰਮ ਤੁਹਾਡੇ ਵਿੱਚ ਆਵੇ। ਹਾਂਜੀ। ਪੁੱਤਰ ਪੁੱਤਰ ਗਨ ਤੇ ਸੁਖ ਪਾਵੋ। ਆਖੋ ਵਾਹਿਗੁਰੂ। ਵਾਹਿਗੁਰੂ। ਵੱਡੀਆਂ ਬਜ਼ੁਰਗ ਮਾਤਾਵਾਂ ਕੋਲ ਤੇ ਫਿਰ ਅਸੀਸਾਂ ਹੀ ਨੇ ਨਾ ਜੀ, ਆਸ਼ੀਰਵਾਦ ਹੀ ਆ। ਆਖਿਆ ਤੁਹਾਡੇ ਪੁੱਤਰ ਹੋਣ, ਤੁਹਾਡੇ ਪੋਤਰੇ ਹੋਣ ਤੇ ਤੁਸੀਂ ਸੁੱਖ ਮਾਣੋ। ਹਾਂਜੀ। ਪਤ ਕੀ ਪ੍ਰੀਤ ਰਹਿ ਹਰ ਖਾਵੋ। ਤੇ ਤੁਹਾਡਾ ਪਤੀ ਤੁਹਾਡੇ ਤੇ ਖੁਸ਼ ਰਵੇ, ਰੱਬ ਤੁਹਾਡੇ ਤੇ ਮਿਹਰ ਕਰੇ। ਇਹ ਵੀ ਬੜੀ ਵੱਡੀ ਗੱਲ ਜੇ ਵੀ ਘਰ ਵਾਲਾ ਖੁਸ਼ ਰਵੇ ਜੀ। ਹਾਂਜੀ। ਹਾਥ ਜੋਰ ਪੁਨ ਬੂਝਣ ਲਾਗੀ। ਉਹ ਫਿਰ ਹੱਥ ਜੋੜ ਕੇ ਨਾ ਬੇਗਮਾਂ ਜਿੱਥੇ ਮਾਤਾ ਜੀ ਨੂੰ ਨਮਸਕਾਰ ਕਰਦੀਆਂ, ਉੱਥੇ ਫਿਰ ਪੁੱਛਿਆ ਉਹਨਾਂ ਨੇ ਜੀ। ਹਾਂਜੀ। ਗੁਰੂ ਭਾਰਜਾ ਕੋ ਵੱਡ ਭਾਗੀ। ਮਾਤਾ ਜੀ, ਇੱਥੇ ਉਹ ਕਿਹੜੀ ਭਾਗਾਂ ਵਾਲੀ ਇਸਤਰੀ ਹੈ ਜਿਹੜੀ ਗੁਰੂ ਭਾਰਜਾ ਹੈ, ਗੁਰੂ ਸਾਹਿਬ ਦੀ ਪਤਨੀ ਹੈ। ਹਾਂਜੀ। ਹੇ ਮਾਤਾ ਸੋ ਹਮੇ ਬਤਾਵੋ। ਹੇ ਮਾਤਾ ਜੀ, ਕਿਰਪਾ ਕਰੋ, ਸਾਨੂੰ ਦੱਸੋ ਗੁਰੂ ਸਾਹਿਬ ਜੀ ਦੀ ਪਤਨੀ ਕੌਣ ਹੈ। ਹਾਂਜੀ। ਤਿਸ ਕੇ ਸਮ ਕੋ ਨਹੀਂ ਲਖਾਵੋ। ਅਸੀਂ ਸਮਝਦੀਆਂ ਉਸ ਭਾਗਾਂ ਵਾਲੀ ਇਸਤਰੀ ਦੇ ਬਰਾਬਰ ਹੋਰ ਕੋਈ ਇਸਤਰੀ ਨਹੀਂ ਹੈਗੀ। ਗੱਜ ਕੇ ਆਖੋ। ਹਾਂਜੀ। ਸੁਨ ਗੰਗਾ ਕਰ ਸੰਗ ਬਤਾਈ। ਇਹ ਸੁਣ ਕੇ ਮਾਤਾ ਗੰਗਾ ਜੀ ਫਿਰ ਦੱਸਣ ਲੱਗੇ ਜੀ ਉਹਨਾਂ ਨੂੰ। ਇਹੋ ਮਮ ਨੁਖਾ ਗੁਰਨ ਘਰ ਆਈ। ਤੇ ਇੱਕ ਬੰਨੇ ਮਾਤਾ ਜੀ, ਮਾਤਾ ਦਮੋਦਰੀ ਜੀ ਬੈਠੇ ਸਨ ਜੀ, ਖੱਬੇ ਪਾਸੇ ਬੈਠੇ ਸਨ ਜੀ। ਆਪਣੀ ਸੱਸ ਨੂੰ ਸੱਜੇ ਪਾਸੇ ਰੱਖਿਆ ਸੀਗਾ ਜੀ। ਇਹ ਵੀ ਪੁਰਾਣੀਆਂ ਨੌਵਾਂ ਜਿਹੜੀਆਂ ਨਾ ਬੜੀਆਂ ਜੁਗਤ ਮਰਿਆਦਾ ਵਾਲੀਆਂ ਜੀ, ਅੱਜ ਤੇ ਆਪ ਚਲਦੀਆਂ ਅੱਗੇ ਹੋ ਕੇ ਤੇ ਸੱਸ ਭਾਵੇਂ ਪਿੱਛੇ ਆਵੇ ਜੀ, ਉਹਦੀ ਨਹੀਂ ਚਿੰਤਾ ਹੁੰਦੀ ਜੀ। ਉਹ ਵਿਚਾਰੀ ਕੋ ਭਾਵੇਂ ਤੁਰਿਆ ਵੀ ਨਾ ਜਾਵੇ, ਉਹਦੀ ਕੋਈ ਚਿੰਤਾ ਨਹੀਂ ਜੀ। ਪਹਿਲਾਂ ਸੱਜੇ ਪਾਸੇ ਰੱਖਣਾ ਸੱਸ ਨੂੰ ਜੀ। ਕਿਉਂ? ਵੱਡਿਆਂ ਨੂੰ ਸੱਜੇ ਪਾਸੇ ਰੱਖੀਦਾ ਜੀ। ਆਪ ਮਾਤਾ ਦਮੋਦਰੀ ਜੀ ਖੱਬੇ ਪਾਸੇ ਬੈਠੇ ਜੀ, ਤੇ ਮਾਤਾ ਗੰਗਾ ਜੀ ਫਿਰ ਕਹਿਣ ਲੱਗੇ, ਕਹਿੰਦੇ ਵੀ ਆਹ ਹੈ ਭਾਗਾਂ ਵਾਲੀ ਮੇਰੀ ਨੌਂ। ਹਾਂਜੀ। ਦੀਰਗ ਨਾਇਨਾ ਕੇ ਤਬ ਹੀਰਾ। ਹਾਂਜੀ। ਕਹੈ ਕਿ ਧਨ ਭਾਗ ਹੈ ਤੇਰਾ। ਜਿੰਨੀਆਂ ਬੇਗਮਾਂ ਸਨ ਆਸ਼ਾ ਸ਼ਿਕਾਰ ਉੱਠੀਆਂ ਜੀ। ਬੇਗਮਾਂ ਮਾਤਾ ਦਮੋਦਰੀ ਜੀ ਨੂੰ ਕਹਿਣ ਲੱਗੀਆਂ, ਧੰਨ ਹੈ ਤੂੰ। ਕਹਿਣ ਲੱਗੇ, ਆਖੋ ਸਾਰੇ ਧੰਨ ਧੰਨ ਮਾਤਾ ਦਮੋਦਰੀ ਜੀ। ਧੰਨ ਧੰਨ ਮਾਤਾ ਦਮੋਦਰੀ ਜੀ। ਧੰਨ ਧੰਨ ਮਾਤਾ ਦਮੋਦਰੀ ਜੀ। ਧੰਨ ਧੰਨ ਮਾਤਾ ਦਮੋਦਰੀ। ਗੱਜ ਕੇ ਕਹਿ ਦਿਓ, ਸਾਡੇ ਹੀ ਮਾਤਾ ਜੀ ਨੇ। ਧੰਨ ਧੰਨ ਮਾਤਾ ਦਮੋਦਰੀ ਜੀ। ਧੰਨ ਧੰਨ ਮਾਤਾ ਦਮੋਦਰੀ ਜੀ। ਪਿਆਰਿਓ, ਰੂਪਵਾਨ ਹੋਣਾ, ਗੁਰੂ ਸਾਹਿਬ ਦੀ ਪਤਨੀ ਬਣ ਜਾਣਾ, ਇਹ ਕੋਈ ਗੱਲ ਨਹੀਂ ਹੈਗੀ ਜੀ। ਮਾਤਾ ਦਮੋਦਰੀ ਜੀ ਦੀ ਬੰਦਗੀ ਹੈਗੀ ਹੈ ਤਾਂ ਗੁਰੂ ਸਾਹਿਬ ਜੀ ਦੀ ਸੁਪਤਨੀ ਬਣੇ ਨੇ ਜੀ। ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਜੀ, ਉਹ ਭਾਈ ਕੀ ਡਰੌਲੀ ਕਿਤੇ ਦਰਸ਼ਨ ਕਰਨ ਗਏ ਜੀ। ਉਥੋਂ ਉਹਨਾਂ ਨੂੰ ਸਨਮਾਨ ਵਿੱਚ ਸ਼ੀਲਡ ਮਿਲੀ ਜੀ, ਇੱਕ ਫੋਟੋ ਮਿਲੀ, ਤਸਵੀਰ ਮਿਲੀ। ਉਹ ਤਸਵੀਰ ਮਾਤਾ ਦਮੋਦਰੀ ਜੀ ਦੀ ਸੀਗੀ ਜੀ। ਚਲੋ ਕਿਸੇ ਚਿੱਤਰਕਾਰ ਨੇ ਉਹ ਤਸਵੀਰ ਬਣਾਈ ਜੀ। ਤਾਂ ਸਿੰਘ ਸਾਹਿਬ ਮੈਨੂੰ ਕਹਿਣ ਲੱਗੇ, ਗਿਆਨੀ ਜੀ ਮਾਤਾ ਜੀ ਦਾ ਚਿਹਰਾ ਵੇਖੋ, ਕਹਿੰਦੇ। ਤੇ ਮੈਂ ਕਿਹਾ ਚਲੋ ਵੱਡੇ ਆ, ਕੋਈ ਗਿਆਨ ਦੇਣਗੇ। ਮੈਂ ਹੱਥ ਜੋੜ ਕੇ ਕਹਿਣ ਲੱਗਾ, ਜੀ ਕਿਰਪਾ ਕਰੋ, ਚਿਹਰਾ ਤਾਂ ਵੇਖ ਲਿਆ, ਕੋਈ ਸੁਮਤ ਬਖਸ਼ੋ। ਕਹਿਣ ਲੱਗੇ, ਚਿਹਰੇ ਤੇ ਟਿਕਾਓ ਵੇਖੋ ਤੇ ਬੰਦਗੀ ਡੁੱਲ ਡੁੱਲ ਕੇ ਪੈ ਰਹੀ। ਕਹਿਣ ਲੱਗੇ, ਕਹਿੰਦੇ ਵਾਕਈ ਸਾਡੇ ਮਾਤਾ ਜੀ ਇਸ ਤਰ੍ਹਾਂ ਦੇ ਹੋਣਗੇ। ਆਖੋ ਵਾਹਿਗੁਰੂ। ਮਾਤਾ ਦਮੋਦਰੀ ਜੀ ਦੀ ਗੋਦ 'ਚ ਬਾਬਾ ਗੁਰਦਿੱਤਾ ਜੀ ਹੈਗੇ ਆ ਜੀ। ਉਹ ਫੋਟੋ ਹੈ ਜੀ ਉਹਨਾਂ ਕੋਲ। ਬਹੁਤ ਚਿਹਰੇ ਤੇ ਟਿਕਾਓ, ਚਿਹਰਾ ਐ ਟਿਕਿਆ ਜੀ। ਤੇ ਬੇਗਮਾਂ ਕਹਿਣ ਲੱਗੀਆਂ ਤੂੰ ਧੰਨ ਹੈ। ਕਹਿਣ ਲੱਗੇ, ਹਾਂਜੀ। ਸੁੰਦਰ ਮਹਾ ਸਰੂਪ ਸ਼ਬੀਲਾ। ਅਸਪਤ ਪ੍ਰਾਪਤ ਭਇਓ ਸੁਸ਼ੀਲਾ। ਤੁਹਾਡਾ ਪਤੀ ਦੇਵ ਆਪ ਗੁਰੂ ਪਰਮੇਸ਼ਰ ਰੱਬ ਹੈ।
ਬਹੁਤ ਸੁੰਦਰ ਸਰੂਪ ਹੈ। ਅਸੀਂ ਉਹਨਾਂ ਦਾ ਮਨ ਡਲਾਉਣ ਦਾ ਯਤਨ ਕਰਦੀਆਂ ਰਹੀਆਂ, ਪਰ ਉਹਨਾਂ ਦਾ ਮਨ ਨਹੀਂ ਡੋਲਿਆ। ਹਾਂਜੀ, ਕਿਤਕ ਦੇਰ ਦਰਸ਼ਨ ਕੋ ਕੀਨ। ਕਾਫੀ ਦੇਰ ਤੱਕ ਪਿਆਰਿਓ ਦਰਸ਼ਨ ਕੀਤੇ ਮਾਤਾ ਜੀ ਦੇ ਬੇਗਮਾਂ ਨੇ ਜੀ। ਹਾਂਜੀ, ਬਾਹਰ ਚੱਲਨ ਕੋ ਆਏ ਸਲੀਨ। ਫਿਰ ਚੱਲਣ ਦੀ ਆਗਿਆ ਲਈ ਜੀ, ਵੀ ਹੁਣ ਸਾਨੂੰ ਜਾਣ ਦਿਓ ਸਾਰੀਆਂ ਨੂੰ। ਹਾਂਜੀ, ਤਬ ਗੰਗਾ ਨੇ ਪ੍ਰੇਰੀ ਦਾਸੀ, ਹਾਂਜੀ। ਜਰੀ ਬਸਤਰ ਗਨ ਆਨੇ ਪਾਸੀ। ਤੇ ਫਿਰ ਮਾਤਾ ਗੰਗਾ ਜੀ ਨੇ ਨਾ ਇੱਕ ਦਾਸੀ ਨੂੰ ਇਸ਼ਾਰਾ ਕੀਤਾ, ਉਹ ਦਾਸੀ ਫਿਰ ਜਰੀ ਦੇ ਕੱਪੜੇ ਲੈ ਕੇ ਆਏ ਜੀ। ਹਾਂਜੀ, ਸਭ ਬੇਗਮ ਕੋ ਸਾਦਰ ਦੀਨੇ। ਤੇ ਮਾਤਾ ਜੀ ਨੇ ਫਿਰ ਸਾਰੀਆਂ ਬੇਗਮਾਂ ਨੂੰ ਸੂਟ ਦਿੱਤੇ। ਆਖੋ, ਆ ਬੀਬੀਆਂ ਨੂੰ ਜਿਹੜਾ ਸੂਟ ਦਵੇ ਉਹਨਾਂ ਨੂੰ ਉਹ ਰਿਸ਼ਤੇਦਾਰ ਬੜਾ ਚੰਗਾ ਲੱਗਦਾ ਜੀ। ਉਹ ਰਿਸ਼ਤੇਦਾਰ ਬੜਾ ਪਸੰਦ ਚ ਦਿੱਤਾ ਸੂਟ ਮਿਲਦਾ ਜੀ। ਮਾਤਾ ਜੀ ਨੇ ਸਾਰਿਆਂ ਬੇਗਮਾਂ ਨੂੰ ਬਸਤਰ ਦਿੱਤੇ ਜੀ, ਮਾਤਾ ਗੰਗਾ ਜੀ ਨੇ ਜੀ। ਹਾਂਜੀ, ਗੁਰ ਪ੍ਰਸਾਦ ਲਖ ਕਰ ਤਿਨ ਲੀਨੇ। ਤੇ ਉਹਨਾਂ ਨੇ ਵੀ ਗੁਰੂ ਸਾਹਿਬ ਦਾ ਪ੍ਰਸ਼ਾਦ ਜਾਣਿਆ ਜੀ, ਬੇਗਮਾਂ ਨੇ ਜੀ। ਉਹ ਬਸਤਰ ਰੱਖ ਲਏ ਜੀ। ਹਾਂਜੀ, ਬੰਧਨ ਕਰਤ ਬਹੁਤ ਹਰ ਖਾਏ। ਬੰਧਨ ਕਰਤ ਬਹੁਤ ਹਰ ਖਾਏ, ਬਹੁਰ ਹਰ ਖਾਏ। ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਬੇਗਮਾਂ ਨੇ ਜੀ। ਬਹੁਤ ਖੁਸ਼ੀ ਪ੍ਰਾਪਤ ਹੋਈ ਬੇਗਮਾਂ ਨੂੰ। ਹਾਂਜੀ, ਉੱਠ ਕਰ ਬੇਗਮ ਤਬ ਸਮੁਦਾਏ। ਫਿਰ ਸਾਰੀਆਂ ਬੇਗਮਾਂ ਉੱਠੀਆਂ ਤੇ ਵਾਪਸ ਤੁਰ ਪਈਆਂ ਜੀ। ਹਾਂਜੀ, ਘਰ ਤੇ ਨਿਕਸ ਚੜੀ ਅਸਵਾਰੀ। ਘਰ ਚੋਂ ਗੁਰੂ ਘਰੋਂ ਨਿਕਲੀਆਂ ਹਨ ਤੇ ਬਾਹਰ ਆ ਕੇ ਆਪੋ ਆਪਣੀਆਂ ਸਵਾਰੀਆਂ ਤੇ ਚੜ ਪਈਆਂ ਜੀ। ਪਹੁੰਚੀ ਆਪਣੇ ਸਿਵਰ ਮਝਾਰੀ। ਤੇ ਫਿਰ ਜਿੱਥੇ ਤੰਬੂ ਲੱਗੇ ਸਨ ਬੇਗਮਾਂ ਉੱਥੇ ਪਹੁੰਚ ਗਈਆਂ। ਨਿਸਮੈ ਸ਼ਾਹੋ ਮਿਲਿਓ ਜਬ ਆਏ। ਤੇ ਰਾਤ ਨੂੰ ਸਾਧ ਸੰਗਤ ਜੀ ਬਾਦਸ਼ਾਹ ਆਇਆ ਬੇਗਮਾਂ ਦੇ ਕੋਲ। ਗੁਰ ਕੋ ਸਦਨ ਸਰਾਹੋ ਸੁਨਾਏ। ਬਾਦਸ਼ਾਹ ਕਹਿੰਦਾ ਫਿਰ ਦੱਸੋ ਤੁਸੀਂ ਗੁਰੂ ਦੇ ਘਰ ਗਈਆਂ ਸੋ। ਤੇ ਬੇਗਮਾਂ ਕਹਿਣ ਲੱਗੀਆਂ, ਬਾਦਸ਼ਾਹ ਗੁਰੂ ਦੀ ਪਤਨੀ ਬੜੇ ਵੱਡੇ ਭਾਗਾਂ ਵਾਲੀ ਹੈ, ਬੜੇ ਵੱਡੇ ਭਾਗਾਂ ਵਾਲੀ ਹੈ। ਹਾਂਜੀ, ਸ਼੍ਰੀ ਅਰਜੁਨ ਸੁਤ ਸਦਨ ਸੁਹਾਏ। ਹਾਂਜੀ। ਸੁਪਤ ਜਥਾ ਸੁਖ ਨਿਸਾ ਬਿਤਾਏ। ਉਧਰ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੀ ਗੁਰੂ ਕੇ ਮਹਿਲਾਂ ਵਿੱਚ ਆ ਗਏ, ਪ੍ਰਸ਼ਾਦਾ ਪਾਣੀ ਛਕਿਆ, ਸਤਿਗੁਰੂ ਜੀ ਨੇ ਆਰਾਮ ਕੀਤਾ ਜੀ। ਹਾਂਜੀ, ਭਾਈ ਪ੍ਰਭਾਤ ਸ਼ਾਹੋ ਨੇ ਚਾਹਾ। ਅੰਮ੍ਰਿਤ ਵੇਲਾ ਹੋਇਆ, ਸਭ ਗੁਰਸਿੱਖਾਂ ਨੇ ਨਿਤਨੇਮ ਕੀਤਾ, ਭਜਨ ਕੀਤਾ। ਫਿਰ ਜਦੋਂ ਦਿਨ ਚੜ੍ਹਿਆ ਨਾ ਜੀ। ਹਾਂਜੀ, ਕਰੈ ਅਖੇਰ ਬ੍ਰਿਤ ਬਨ ਮਾਹਾ। ਤੇ ਜਦੋਂ ਦਿਨ ਚੜ੍ਹਿਆ ਤੇ ਜਹਾਂਗੀਰ ਦੇ ਮਨ ਚ ਫੁਰਨਾ ਬਣਿਆ ਵੀ ਸ਼ਿਕਾਰ ਕਰੀਏ। ਆਖੋ ਵਾਹਿਗੁਰੂ। ਕਿਉਂ ਬਾਦਸ਼ਾਹ ਲੋਕ ਨੇ ਸ਼ਸਤਰ ਰੱਖੇ ਆ, ਸ਼ਸਤਰ ਚਲਾਉਣਗੇ ਤੇ ਜਾਂਚ ਰਹੇਗੀ ਜੀ। ਹਾਂਜੀ, ਪਠ ਵਜ਼ੀਰ ਖਾਂ ਗੁਰੂ ਬੁਲਾਏ। ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਭੇਜਿਆ ਵੀ ਗੁਰੂ ਸਾਹਿਬ ਨੂੰ ਵੀ ਸੱਦ, ਮਹਾਰਾਜ ਦੇ ਨਾਲ ਸ਼ਿਕਾਰ ਖੇਡੀਏ। ਗਮਨਿਓ ਬਾਹਰ ਸੰਗ ਮਿਲਾਏ। ਆਪਾਂ ਮਹਾਰਾਜ ਗਰੀਬ ਨਵਾਜ ਜੀ ਨੂੰ ਜੰਗਲ ਲੈ ਕੇ ਚੱਲੀਏ। ਹਾਂਜੀ, ਭਾਂਤ ਭਾਂਤ ਬਨ ਖੇਲ ਅਖੇਰਾ। ਕਿਉਂ ਗੁਰੂ ਸਾਹਿਬ ਸ਼ਿਕਾਰ ਬੜਾ ਸੋਹਣਾ ਕਰਦੇ ਜੀ। ਤੁਸੀਂ ਸੁਣਿਆ ਨਾ ਕਿਵੇਂ ਮਹਾਰਾਜ ਨੇ ਕਿਹੜੀ ਸ਼ੇਰ ਦਾ ਸ਼ਿਕਾਰ ਕੀਤਾ ਸੀਗਾ ਜੀ। ਹਾਂਜੀ, ਹਨੇ ਜੀਵ ਦੇ ਖੇਦ ਕਨੇਰਾ। ਸੋ ਕਹਿਣ ਲੱਗਾ ਮਹਾਰਾਜ ਗਰੀਬ ਨਵਾਜ ਜੀ ਨੂੰ ਸੱਦੀਏ। ਹਾਂਜੀ, ਕਰੇ ਬਿਲਾਸ ਅਨੇਕ ਪ੍ਰਕਾਰਾ। ਹਾਂ। ਗੁਰ ਜੁਤ ਹਜ਼ਰਤ ਮੇਲ ਸ਼ਿਕਾਰਾ। ਸੋ ਮਹਾਰਾਜ ਗਰੀਬ ਨਵਾਜ ਜੀ ਕੋ ਵਜ਼ੀਰ ਖਾਂ ਗਿਆ, ਗੁਰੂ ਸਾਹਿਬ ਨਾਲ ਰਲ ਕੇ ਤੇ ਫਿਰ ਸ਼ਿਕਾਰ ਖੇਡਿਆ ਸੱਚੇ ਪਾਤਸ਼ਾਹ ਜੀ ਨੇ ਜੀ। ਸੰਗਤ ਜੀ ਬੜੇ ਜੀਵ ਮਿਲੇ ਹੋਣਗੇ, ਬੜੇ ਪੁਰਸ਼ ਮਿਲੇ ਹੋਣਗੇ, ਕਿੰਨਿਆਂ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਹੋਣਗੇ, ਉਹਨਾਂ ਦਾ ਕਿੰਨਾ ਭਲਾ ਹੋਇਆ ਹੋਏਗਾ। ਸਾਰੀ ਕਥਾ ਤੇ ਭਾਈ ਸੰਤੋਖ ਸਿੰਘ ਜੀ ਨੇ ਨਹੀਂ ਨਾ ਲਿਖੀ ਜੀ, ਪਰ ਬਹੁਤ ਕੁਝ ਹੋਇਆ ਹੋਏਗਾ ਜੀ। ਹਾਂਜੀ, ਸੰਧਿਆ ਭਈ ਸੋ ਹਟ ਕਰ ਆਏ। ਸੋ ਸ਼ਾਮਾਂ ਪੈ ਗਈਆਂ, ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਵਾਪਸ ਆ ਗਏ ਜੀ। ਸ਼ਾਹੋ ਆਪਣੇ ਸਿਵਰ ਸਿਧਾਏ। ਬਾਦਸ਼ਾਹ ਜਿਹੜਾ ਉਹ ਆਪਣੇ ਤੰਬੂ 'ਚ ਚਲੇ ਗਿਆ ਜੀ। ਸਤਿਗੁਰ ਆਪਣੇ ਸਦਨ ਸਿਧਾਰੇ। ਤੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਕੇ ਮਹਿਲਾਂ ਵਿੱਚ ਆ ਗਏ ਜੀ। ਖਾਨ ਪਾਨ ਕਰ ਨਿਸਾ ਗੁਜ਼ਾਰੇ। ਰਾਤ ਛਕ ਛਕਾ ਕੇ ਆਨੰਦ ਦੇ ਨਾਲ ਰਾਤ ਬਤੀਤ ਕੀਤੀ, ਸਫਲੀ ਕੀਤੀ। ਭਈ ਪ੍ਰਭਾਤ ਜਬ ਸ਼ਾਹੋ ਸੁਜਾਨਾ। ਅਗਲਾ ਦਿਨ ਚੜਿਆ ਜੀ। ਹਾਂਜੀ, ਕਰਿਓ ਕੂਚ ਲਵਪੁਰੀ ਪਿਆਨਾ। ਤੇ ਬਾਦਸ਼ਾਹ ਨੇ ਲਾਹੌਰ ਜਾਣਾ ਹੈ, ਗੱਜ ਕੇ ਆਖੋ। ਸੋ ਉਹਨੇ ਲਾਹੌਰ ਨੂੰ ਕੂਚ ਕਰ ਦਿੱਤਾ ਜੀ। ਮਹਾਰਾਜ ਤੇ ਉਹਨੂੰ ਉਦੋਂ ਹੀ ਕਹਿੰਦੇ ਸੀ ਵੀ ਤੂੰ ਲਾਹੌਰ ਜਾਣਾ,
ਤੇ ਗੋਇੰਦਵਾਲ ਸਾਹਿਬ ਤੋਂ ਹੀ ਵੱਖ ਹੋ ਜਾ। ਪਰ ਬਾਦਸ਼ਾਹ ਕਹਿੰਦਾ ਸੀ ਮੈਂ ਵੀ ਅੰਮ੍ਰਿਤਸਰ ਜਾਣਾ ਹੈ ਜੀ। ਹਾਂਜੀ। ਕਿੰਚ ਬੇਗ ਅਰ ਖਾਨ ਵਜ਼ੀਰ। ਕਿੰਚ ਬੇਗ ਤੇ ਵਜ਼ੀਰ ਖਾਨ ਬਾਦਸ਼ਾਹ ਦੇ ਬੜੇ ਭਰੋਸੇ ਵਾਲੇ ਦੋ ਨੇ ਜੀਗੇ। ਜਹਾਂਗੀਰ ਬੁਲਵਾਏ ਤੀਰ। ਜਾਂਦਿਆਂ ਜਾਂਦਿਆਂ ਜਹਾਂਗੀਰ ਨੇ ਦੋਵਾਂ ਨੂੰ ਆਪਣੇ ਪਾਸ ਸੱਦਿਆ ਸਕਲ ਵਾਰਤਾ ਕਹਿ ਸਮਝਾਈ। ਤੇ ਸਾਰੀ ਗੱਲ ਉਹਨਾਂ ਨੂੰ ਸਮਝਾਈ। ਕੀ ਸਮਝਾਈ ਸੁਣਿਓ ਧਿਆਨ ਨਾਲ। ਪੀਰ ਸਮੀਪੀ ਥਿਰ ਹੋਏ ਥਾਈ। ਆਖੋ ਵਾਹਿਗੁਰੂ। ਉਹ ਸਤਿਗੁਰੂ ਜੀ ਨੂੰ ਪੀਰ ਜੀ ਕਹਿੰਦਾ ਜੀ ਜਹਾਂਗੀਰ। ਵਜ਼ੀਰ ਖਾਂ ਤੇ ਕਿੰਚ ਬੇਗ ਝੁੱਕ ਕੇ ਖਲੋਤੇ ਐ। ਜਹਾਂਗੀਰ ਕਹਿੰਦਾ ਹੈ ਤੁਸੀਂ ਪੀਰ ਜੀ ਦੇ ਨਾਲ ਰਹੋ, ਕਹਿਣ ਲੱਗਾ। ਹਾਂਜੀ। ਇੱਕ ਦੋਏ ਦਿਨ ਕਰ ਬਾਸ ਆਵਾਸ। ਇੱਕ ਦੋ ਦਿਨ ਮਹਾਰਾਜ ਨੂੰ ਘਰ ਰਹਿ ਲੈਣ ਦਿਓ, ਪੀਰ ਜੀ ਨੂੰ ਘਰ ਰਹਿਣ ਦਿਓ। ਹਾਂਜੀ। ਪੁੰਨ ਚੜਾਏ ਆਨੋ ਮਮ ਪਾਸ। ਤੇ ਫਿਰ ਗੁਰੂ ਜੀ ਨੂੰ ਪੀਰ ਜੀ ਨੂੰ ਚੜਾ ਕੇ ਤੇ ਲਾਹੌਰ ਲੈ ਆਓ ਮਹਾਰਾਜ ਨੂੰ। ਹਾਂਜੀ। ਗੁਰ ਜੋਧਾ ਬਹੁ ਪਰ ਉਪਕਾਰੀ। ਕਹਿਣ ਲੱਗਾ ਇਹ ਪੀਰ ਜੀ ਬੜੇ ਵੱਡੇ ਯੋਧੇ ਤੇ ਪਰਉਪਕਾਰੀ ਨੇ। ਨਿਆਰੋ ਰਹ ਹੈ ਜੇ ਪਰ ਹੈ ਬਿਗਾਰੀ। ਆਖੋ ਵਾਹਿਗੁਰੂ। ਤੇ ਇਸ ਕਰਕੇ ਨਿਆਰੋ ਰਹੇ ਜੇ ਪਰ ਹੈ ਬੇਗਾਰੀ। ਜੇ ਕਿਤੇ ਵੱਖ ਰਹਿ ਪਏ ਤੇ ਵਿਗਾੜ ਹੀ ਨਾ ਪੈਦਾ ਹੋ ਜੇ, ਲਾਗੇ ਲਾਗੇ ਹੀ ਰੱਖੀਏ, ਕਹਿਣ ਲੱਗਾ। ਹਾਂਜੀ। ਚਮੂ ਸਮੀਪ ਅਹੈ ਤਰੁਨਾਈ। ਸੈਨਾ ਵੀ ਕੋਲ ਹੈ ਤੇ ਹੈ ਵੀ ਜਵਾਨ ਨੇ। ਹਾਂਜੀ। ਹਮਟੇ ਗ੍ਰਹਿਨੋ ਅਹੈ ਭਲਾਈ। ਤੇ ਸਾਡੇ ਕੋਲ ਹੀ ਰਹਿਣ ਤੇ ਸਾਡਾ ਭਲਾ ਹੈਗਾ। ਜੇ ਕਿਤੇ ਵੱਖਰੇ ਰਹਿ ਗਏ ਤੇ ਚੜਾਈ ਨਾ ਕਰ ਦੇਣ ਸਾਡੇ ਤੇ। ਹਾਂਜੀ। ਮੈਂ ਵੀ ਕਹਿਓ ਆਪ ਚੜ ਆਏ। ਮੈਂ ਵੀ ਬੇਨਤੀ ਕੀਤੀ ਮਹਾਰਾਜ ਨੂੰ ਵੀ ਮਹਾਰਾਜ ਲਾਹੌਰ ਆਓ। ਹਾਂਜੀ। ਨਤ ਤੁਮ ਦੋਨੋਂ ਬਿਨੈ ਸੁਨਾਏ। ਤੇ ਮਹਾਰਾਜ ਨੂੰ 2-3 ਦਿਨ ਘਰ ਰਹਿ ਲੈਣ ਦਿਓ, ਫਿਰ ਤੁਸੀਂ ਮਹਾਰਾਜ ਨੂੰ ਬਾਰ-ਬਾਰ ਕਹੋ ਵੀ ਮਹਾਰਾਜ ਲਾਹੌਰ ਆਓ ਸੱਚੇ ਪਾਤਸ਼ਾਹ। ਹਾਂਜੀ। ਜਿਉਂ ਕਿਉਂ ਕਰ ਲਵਪੁਰ ਲੈ ਆਵੋ। ਜਿਵੇਂ ਕਿਵੇਂ ਵੀ ਹੈ ਨਾ ਸਤਿਗੁਰਾਂ ਨੂੰ ਲਾਹੌਰ ਲੈ ਕੇ ਆਉਣਾ। ਤੇ ਸਾਧ ਸੰਗਤ ਜੀ ਲਾਹੌਰ ਤੇ ਮਹਾਰਾਜ ਦਾ ਆਪਣਾ ਵੀ ਫੁਰਨਾ ਹੈ। ਆਖੋ ਵਾਹਿਗੁਰੂ। ਗੱਜ ਕੇ। ਵਾਹਿਗੁਰੂ। ਮਹਾਰਾਜ ਆਪ ਵੀ ਲਾਹੌਰ ਜਾਣਾ ਚਾਹੁੰਦੇ। ਪਤਾ ਕਿਉਂ? ਦੁਸ਼ਟ ਚੰਦੂ ਨੂੰ ਲਾਹੌਰ ਚ ਮਾਰਨਾ ਜਾ ਕੇ ਜੀ। ਹਾਂਜੀ। ਰਹੋ ਨਿਕਟ ਗੁਰ ਅਬੈ ਸਿਧਾਵੋ। ਸੋ ਇਹਨੇ ਕਿੰਚ ਬੇਗ ਨੂੰ ਤੇ ਵਜ਼ੀਰ ਖਾਂ ਨੂੰ ਕਿਹਾ ਵੀ ਤੁਸੀਂ ਮਹਾਰਾਜ ਦੇ ਲਾਗੇ ਹੀ ਰਹੋ। ਹਾਂਜੀ। ਸੈਨਾ ਸੰਗ ਆਪਣੇ ਰੱਖੋ। ਕੁਝ ਸੈਨਾ ਵੀ ਆਪਣੇ ਨਾਲ ਰੱਖੋ। ਬਿਨਾ ਬਿਲਮ ਆਵਨ ਅਬਿਲਾਖੋ। ਤੇ ਦੇਰ ਨਾ ਕਰਿਓ ਤੇ ਗੁਰੂ ਜੀ ਨੂੰ ਛੇਤੀ ਲਾਹੌਰ ਲੈ ਕੇ ਆਇਓ। ਸੁਨ ਦੋਨੋਂ ਝੁਕ ਕਰੀ ਸਲਾਮੂ। ਸੁਣ ਕੇ ਦੋਵਾਂ ਨੇ ਝੁੱਕ ਕੇ ਜਿਵੇਂ ਉਹ ਸਲਾਮ ਕਰਦੇ ਆ ਉਵੇਂ ਸਲਾਮ ਕੀਤੀ ਜੀ। ਕਿਹਨੂੰ ਕੀਤੀ ਜੀ? ਜਹਾਂਗੀਰ ਨੂੰ ਕੀਤੀ। ਸ਼ਾਹ ਮੈਂ ਤਾਂ ਪੁੱਛਿਆ ਵੀ ਤੁਹਾਡਾ ਧਿਆਨ ਹੈਗਾ ਕਿ ਨਹੀਂ ਹੈਗਾ ਜੀ। ਸੋ ਝੁੱਕ ਕੇ ਸਲਾਮ ਕੀਤੀ ਜੀ। ਚੱਲਿਓ ਸ਼ਾਹ ਸੰਗ ਚੰਮੂ ਤਮਾਮੂ। ਤੇ ਬਾਦਸ਼ਾਹ ਨਾਲ ਬਹੁਤ ਫੌਜ ਹੈ ਜੀ, ਬਹੁਤ ਫੌਜ ਹੈ। ਉਹ ਸਾਰੀਆਂ ਫੌਜਾਂ ਜਿਹੜੀਆਂ ਉਹ ਤੁਰ ਪਈਆਂ ਜੀ। ਹਾਂਜੀ। ਗਜ ਬਾਜਨ ਕੇ ਸ਼ਬਦ ਉਠਨ ਤੇ ਲਵਪੁਰ ਕੇ ਸਨਮੁਖ ਗਮਨਨ ਤੇ। ਗਜ ਬਾਜਨ ਕੇ ਸ਼ਬਦ ਉਠਨ ਤੇ ਲਵਪੁਰ ਕੇ ਸਨਮੁਖ ਗਮਨਨ ਤੇ। ਸੋ ਬੜੇ ਨਗਾਰੇ ਵੱਜ ਰਹੇ ਆ। ਬਾਦਸ਼ਾਹ ਜਿਹੜਾ ਉਹ ਸਾਧ ਸੰਗਤ ਜੀ ਲਾਹੌਰ ਵੱਲ ਨੂੰ ਜਾਣ ਨੂੰ ਤਿਆਰ ਹੋ ਗਿਆ। ਭਾਵ ਚਲੇ ਗਿਆ ਜੀ। ਹਾਥੀ ਚਿੰਗਾੜ ਰਹੇ ਆ ਰਸਤੇ ਵਿੱਚ। ਇੱਕ ਥਾਂ ਉਤਾਰਾ ਕਰਕੇ ਬਾਦਸ਼ਾਹ ਲਾਹੌਰ ਪਹੁੰਚ ਗਿਆ ਜੀ। ਹਾਂਜੀ। ਦੋਹਰਾ ਸ਼੍ਰੀ ਗੁਰੂ ਹਰਗੋਬਿੰਦ ਜੀ ਬੈਠੇ ਲਾਏ ਦੀਵਾਨ। ਤੇ ਸਤਿਗੁਰੂ ਦੀ ਫੌਜ ਬੜੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਮਹਾਰਾਜ ਦੀ ਵੀ ਫੌਜ ਬੜੀ ਹੈ ਨਾ। ਤੇ ਸਾਰੀ ਫੌਜ ਤੇ ਸ਼ਹਿਰ 'ਚ ਨਹੀਂ ਸੀ ਰਹਿ ਸਕਦੀ ਜੀ। ਹਾਥੀ ਨੇ, ਘੋੜੇ ਨੇ। ਸੋ ਅੰਮ੍ਰਿਤਸਰ ਸ਼ਹਿਰ ਦੇ ਨੇੜੇ ਨੇੜੇ ਬਾਰ-ਬਾਰ ਫੌਜਾਂ ਰਹਿੰਦੀਆਂ ਮਹਾਰਾਜ ਦੀਆਂ ਜੀ। ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇਸ ਤਰੀਕੇ ਨਾਲ ਦੀਵਾਨ ਲਾ ਕੇ ਬੈਠੇ। ਬਹੁਤ ਵੱਡਾ ਦੀਵਾਨ ਸਜਿਆ ਹੋਇਆ ਜੀ। ਹਾਂਜੀ। ਸਕਲ ਚਮੂ ਕੇ ਭਟ ਮਿਲੇ ਆਯੁਧ ਧਰੇ ਮਹਾਨ। ਮਹਾਰਾਜ ਨੇ ਹੁਕਮ ਕੀਤਾ ਵੀ ਸਾਡੀ ਜਿੰਨੀ ਫੌਜ ਹੈ ਨਾ ਸਾਰੀ ਆਓ ਭਾਈ। ਅਕਾਲ ਤਖਤ ਸਾਹਿਬ ਦੀਵਾਨ ਲੱਗਾ। ਸਾਰੇ ਫੌਜਾਂ ਵਾਲੇ ਗੁਰੂ ਜੀ ਦੇ ਸਿੱਖ ਆਏ। ਤੁਸੀਂ ਸੁਣਿਆ ਨਾ ਦੇਵਤੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਆ ਕੇ ਸ਼ਾਮਲ ਹੋਏ ਸਨ ਜੀ। ਦੇਵਤੇ ਵੀ। ਕਿਉਂ? ਮਹਾਰਾਜ ਦੇ ਨਾਲ ਰਵਾਂਗੇ ਸਾਨੂੰ ਸੇਵਾ ਦਾ ਮੌਕਾ ਮਿਲੇਗਾ।
ਸੋ ਉਹ ਸਾਰੇ ਹੀ ਫੌਜਾਂ ਜਿਹੜੀਆਂ ਉਹ ਆ ਕੇ ਬੈਠੇ ਆ, ਸ਼ਸਤਰ ਸਜਾਏ ਹੋਏ ਨੇ ਜੀ। ਹਾਂਜੀ, ਚੌਪਈ ਸਿੱਖ ਸੰਗਤ ਬਹੁ ਬ੍ਰਿੰਦ ਮਸੰਦ। ਸਤਿਗੁਰੂ ਜੀ ਦੀ ਸੰਗਤ ਵੀ ਆ ਗਈ ਜੀ, ਮਸੰਦ ਵੀ ਆ ਗਏ। 3 ਹਿੱਸੇ ਸਨ ਜੀ, ਇੱਕ ਮਸੰਦਾਂ ਦਾ, ਇੱਕ ਸੰਗਤ ਦਾ ਤੇ ਤੀਜਾ ਫੌਜਾਂ ਦਾ ਜੀ। ਸਾਰਿਆਂ ਨੂੰ ਹੀ ਮਹਾਰਾਜ ਨੇ ਸੱਦ ਲਿਆ। ਸਭ ਮਿਲ ਆਏ ਅਲਪ ਬਿਲੰਦ। ਛੋਟੇ ਵੱਡੇ ਸਾਰੇ ਆ ਕੇ ਮਿਲ ਕੇ ਅਕਾਲ ਤਖਤ ਸਾਹਿਬ ਬੈਠੇ। ਬਹੁਤ ਵੱਡਾ ਦੀਵਾਨ ਲੱਗਾ। ਦਰਸੈ ਸਤਿਗੁਰ ਕੋ ਸੁਖ ਧਰੈ। ਵਾਹ ਜੀ ਵਾਹ, ਆਪਣੇ ਮਾਲਕ, ਆਪਣੇ ਸਤਿਗੁਰੂ, ਆਪਣੇ ਪ੍ਰੀਤਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਸੁਖ ਮਾਣਦੇ ਸਾਰੇ। ਮਨੋ ਕਾਮਨਾ ਪੂਰਨ ਕਰੈ। ਆਖੋ ਵਾਹਿਗੁਰੂ। ਤੇ ਮਨੋ ਕਾਮਨਾਵਾਂ ਪੂਰੀਆਂ ਹੋ ਰਹੀਆਂ ਦਰਸ਼ਨ ਕਰਕੇ। ਮਹਾਰਾਜ ਉੱਚੀ ਥਾਂ ਤੇ ਬੈਠੇ, ਅਕਾਲ ਤਖਤ ਸਾਹਿਬ, ਚੌਰ ਸਾਹਿਬ ਗੁਰੂ ਜੀ ਦੇ ਸੀਸ ਉੱਤੇ ਹੋ ਰਿਹਾ। ਦੂਰੋਂ ਹੀ ਮਹਾਰਾਜ ਦੇ ਦਰਸ਼ਨ ਹੋ ਰਹੇ ਹੈ। ਹਾਂਜੀ, ਖਾਂ ਵਜ਼ੀਰ ਤਬ ਚੱਲ ਕਰ ਆਇਓ। ਸੋ ਵਜ਼ੀਰ ਖਾਂ ਚੱਲ ਕੇ ਮਹਾਰਾਜ ਦੇ ਕੋਲ ਆਇਆ ਜੀ। ਸੰਗ ਸੋ ਕਿੰਚ ਬੇਗ ਕੋ ਲਿਆਇਓ। ਵਜ਼ੀਰ ਖਾਂ ਦੇ ਨਾਲ ਇੱਕ ਹੋਰ ਪ੍ਰੇਮੀ ਹੈ, ਕਿੰਚ ਬੇਗ। ਹਾਂਜੀ, ਸ਼ਰਧਾ ਪ੍ਰੇਮ ਹਿਰਦੇ ਅਧਿਕਾਏ। ਵਜ਼ੀਰ ਖਾਂ ਦੇ ਅੰਦਰ ਗੁਰੂ ਜੀ ਦਾ ਪਿਆਰ ਬਹੁਤ ਹੈ। ਪਿਆਰ ਡੁੱਲ ਡੁੱਲ ਕੇ ਪੈ ਰਿਹਾ ਜੀ। ਨਮੋ ਕਰੀ ਬਹੁ ਸੀਸ ਨਿਵਾਏ। ਵਜ਼ੀਰ ਖਾਂ ਤੇ ਕਿੰਚ ਬੇਗ ਆਏ ਐ। ਸਾਰਿਆਂ ਵਿੱਚ ਇਹਨਾਂ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ। ਆਪਾਂ ਵੀ ਟੇਕ ਦਿਆ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਹਰਗੋਬਿੰਦ ਸਾਹਿਬ ਜੀ। ਹਾਂ, ਸਾਦਰ ਸਤਿਗੁਰ ਨਿਕਟ ਬਿਠਾਇਓ। ਸੱਚੇ ਪਾਤਸ਼ਾਹ ਜੀ ਪ੍ਰੇਮੀ ਸਿੱਖਾਂ ਦਾ ਸਤਿਕਾਰ ਕਰਦੇ, ਆਪਣੇ ਨੇੜੇ ਬਿਠਾਇਆ। ਕਹਿਓ ਸ਼ਾਹੋ ਕੋ ਸਕਲ ਸੁਨਾਇਓ। ਤੇ ਕਿੰਚ ਬੇਗ ਤੇ ਵਜ਼ੀਰ ਖਾਂ ਕਹਿਣ ਲੱਗੇ, ਮਹਾਰਾਜ ਬਾਦਸ਼ਾਹ ਚਾਹੁੰਦਾ ਹੈ, ਆਪ ਛੇਤੀ ਲਾਹੌਰ ਚਰਨ ਪਾਓ। ਹਾਂਜੀ, ਸੁਨ ਹਜ਼ੂਰ ਨੇ ਧੀਰਜ ਦੀਨਾ। ਮਹਾਰਾਜ ਨੇ ਧੀਰਜ ਦਿੱਤਾ ਜੀ। ਕੋਈ ਗੱਲ ਨਹੀਂ, ਮਹਾਰਾਜ ਕਹਿੰਦੇ ਹਾਂਜੀ ਲਵਪੁਰ ਚੱਲੈ ਬਿਲੰਬ ਬਹੀਨਾ। ਛੇਤੀ ਚੱਲਾਂਗੇ। ਮਹਾਰਾਜ ਕਹਿਣ ਲੱਗੇ ਲਾਹੌਰ ਵੀ ਚੱਲਾਂਗੇ, ਛੇਤੀ ਆਵਾਂਗੇ। ਹਾਂਜੀ, ਇਮ ਕਹਿ ਸੁਨ ਕਰ ਉਰ ਹਰ ਖਾਏ। ਉਹ ਖੁਸ਼ ਹੋ ਗਏ ਜੀ ਵੀ ਸਾਡੀ ਡਿਊਟੀ ਲੱਗੀ ਹੈ ਜੀ। ਹਾਂਜੀ, ਅਪਰ ਅਨੇਕ ਪ੍ਰਸੰਗ ਚਲਾਏ। ਹੋਰ ਕਈ ਪ੍ਰਕਾਰ ਦੇ ਬਚਨ ਵਿਲਾਸ ਹੋਏ ਜੀ। ਬੈਠੇ ਰਹੇ ਗੁਰੂ ਚਿਰਕਾਲ। ਤੇ ਕਾਫੀ ਸਮਾਂ ਸੱਚੇ ਪਾਤਸ਼ਾਹ ਗਰੀਬ ਨਵਾਜ ਸੰਗਤ ਵਿੱਚ ਉੱਥੇ ਬੈਠੇ ਰਹੇ। ਸੰਗਤਾਂ ਆਉਂਦੀਆਂ ਰਹੀਆਂ, ਦਰਸ਼ਨ ਹੁੰਦੇ ਰਹੇ, ਨਿਹਾਲ ਨਿਹਾਲ ਹੋ ਰਹੀ, ਜਕਾਰੇ ਲੱਗ ਰਹੇ ਆ। ਦਰਸ਼ਨ ਦੇ ਸਿੱਖ ਕਰੇ ਨਿਹਾਲ। ਮਹਾਰਾਜ ਆਪਣੇ ਸਿੱਖਾਂ ਨੂੰ ਦਰਸ਼ਨ ਦੇ ਕੇ ਨਿਹਾਲ ਹੀ ਕਰ ਰਹੇ। ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਬਾਹਰ ਪ੍ਰਵੇਸ਼ ਮਹਿਲ ਮੇ ਭਏ। ਫਿਰ ਮਹਾਰਾਜ ਗਰੀਬ ਨਵਾਜ ਗੁਰੂ ਕੇ ਮਹਿਲਾਂ ਵਿੱਚ ਆ ਗਏ ਜੀ। ਵੇਖ ਲੋ, ਬਾਦਸ਼ਾਹ ਦੇ ਵੀ ਮਹਿਲ ਹੁੰਦੇ ਆ, ਪਰ ਉਹ ਨਿਰੇ ਹੀ ਮਹਿਲ ਹੁੰਦੇ ਜੀ। ਸਤਿਗੁਰੂ ਦੇ ਵੀ ਘਰ ਹੁੰਦੇ ਆ, ਮਹਿਲ ਹੁੰਦੇ ਆ, ਉਹਨਾਂ ਨੂੰ ਗੁਰੂ ਕੇ ਮਹਿਲ ਕਹਿੰਦੇ ਆ। ਅੱਜ ਤੱਕ ਉਸ ਸਥਾਨ ਨੂੰ ਗੁਰੂ ਕੇ ਮਹਿਲ ਹੀ ਕਹਿੰਦੇ ਆ ਜੀ। ਹਾਂਜੀ, ਨਿਜ ਨਿਜ ਡੇਰੇ ਕੋ ਸਭ ਗਏ। ਸਾਰੇ ਸਿੱਖ ਫੌਜਾਂ ਮਸੰਦ ਆਪੋ ਆਪਣੇ ਡੇਰਿਆਂ ਤੇ ਚਲੇ ਗਏ ਜੀ। ਵਿਧਿਆ ਜੇਠਾ ਹਰਖ ਵਿਸਾਲੇ। ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ ਬਹੁਤ ਖੁਸ਼ ਹਨ। ਗਰ ਚੰਦੂ ਕੇ ਸੰਗਰੀ ਡਾਲੇ। ਤੇ ਮਹਾਰਾਜ ਨੇ ਉਹਨਾਂ ਨੂੰ ਆਖਿਆ ਨਾ ਵੀ ਅੰਮ੍ਰਿਤਸਰ ਦੇ ਸਿੱਖਾਂ ਦੇ ਜਿਹੜੇ ਚਰਨ ਦਾਸੀਆਂ ਨੇ, ਜੋੜੇ ਨੇ, ਉਹ ਵੀ ਤੇ ਚੰਦੂ ਦੇ ਸਿਰ 'ਚ ਵੱਜਣੇ ਚਾਹੀਦੇ ਆ। ਆਖੋ ਸੋ ਵਿਧਿਆ ਜੇਠਾ ਹਰਖ ਵਿਸਾਲੇ। ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ ਬਹੁਤ ਖੁਸ਼ ਹਨ। ਗਰ ਚੰਦੂ ਕੇ ਸੰਗਰੀ ਡਾਲੇ। ਇਹਨਾਂ ਨੇ ਫਿਰ ਚੰਦੂ ਦੇ ਗਲ 'ਚ ਸੰਗਲੀ ਪਾਈ। ਵੇਖੋ, ਸੰਗਲ ਪਟਾ ਕਿਹਦੇ ਗਲ 'ਚ ਪਾਉਂਦੇ ਆਪਾਂ? ਉੱਚੀ ਬੋਲਿਆ ਕਰੋ, ਕੁੱਤੇ ਦੇ। ਹਾਂਜੀ, ਤੇ ਫਿਰ ਕੁੱਤਾ ਤਿਆਰ ਹੈ ਨਾ ਜੀ ਫਿਰ ਹੁਣ। ਹਾਂਜੀ, ਹਾਥ ਚੰਡਾਲਨ ਕੇ ਗਹਿਵਾਈ। ਤੇ ਫਿਰ ਚੰਡਾਲਾਂ ਦੇ ਹੱਥ 'ਚ ਉਹ ਸੰਗਲੀ ਫੜਾ ਦਿੱਤੀ ਜੀ ਵੀ ਫੜੋ। ਹਾਂਜੀ, ਆਨਿਓ ਗੁਰ ਬਾਜ਼ਾਰ ਕੇ ਥਾਈ। ਆਖੋ ਵਾਹਿਗੁਰੂ। ਵਾਹਿਗੁਰੂ। ਸੰਗਤ ਜੀ, ਜਿੱਥੇ ਦਰਬਾਰ ਸਾਹਿਬ ਲਾਗੇ ਗੁਰੂ ਬਾਜ਼ਾਰ ਹੈ, ਪਹਿਲਾਂ ਇਹੋ ਹੀ ਬਾਜ਼ਾਰ ਸੀ। ਗੁਰੂ ਬਾਜ਼ਾਰ ਦੇ ਵਿੱਚੋਂ ਅੱਜ ਕੁੱਤੇ ਨੂੰ ਕੱਢਣਾ ਹੈ ਜੀ। ਹਾਂਜੀ, ਦੁਰਬਲ ਭਇਓ ਸਜਾਇਨ ਦੀਨ। ਪਹਿਲਾਂ ਹੀ ਬੜਾ ਕੁੱਤਾ ਕਮਜ਼ੋਰ ਹੋਇਆ ਪਿਆ ਹੈ। ਕਿਉਂ? ਸਜ਼ਾ ਬੜੀ ਮਿਲੀ ਹੈ ਜੀ। ਹਾਂਜੀ, ਜਰਾ ਆਰ ਬਲ ਵੱਡ ਬਲਹੀਨ। ਥੋੜੀ ਜਿਹੀ ਉਮਰ ਵੀ ਵਡੇਰੀ ਸੀ। ਇਹ ਕੁੱਤਾ ਜਿਹੜਾ ਹੈ ਸ਼ਕਤੀਹੀਨ ਹੋਇਆ ਪਿਆ ਹੈ।
ਹਾਂਜੀ ਸਿਰ ਮੁਖ ਪਰ ਸੁਪੈਦ ਭੈ ਬਾਰੇ। ਹਾਂ, ਸਿਰ ਦੇ ਤੇ ਮੂੰਹ ਦੇ ਵਾਲ ਜਿਹੜੇ ਸੀ ਉਹ ਚਿੱਟੇ ਸੀਗੇ ਜੀ ਇਹਦੇ। ਸਭ ਮੁੰਡਵਾਏ ਮੂਤਰ ਕੋ ਡਾਰੇ। ਹਾਏ ਹਾਏ ਹਾਏ, ਆਖੋ ਵਾਹਿਗੁਰੂ। ਇਹ ਮੈਨੂੰ ਖੁਸ਼ੀ ਬੜੀ ਹੁੰਦੀ ਜੀ ਜਦੋਂ ਇਸ ਕੁੱਤੇ ਦਾ ਹਾਲ ਸੁਣੀਦਾ ਨਾ ਜੀ। ਉਹ ਸਾਰਾ ਸਿਰ ਤੋਂ ਤੇ ਗੰਜਾ ਹੋਇਆ ਪਿਆ ਤੇ ਕੁੱਤਿਆਂ ਦੇ ਵਿੱਚ ਹੀ ਰਹਿੰਦਾ ਸੀ, ਤੇ ਫਿਰ ਕੁੱਤੇ ਦੇ ਸਿਰ 'ਚ ਮੂਤਦੇ ਹੁੰਦੇ ਸਨ ਜੀ। ਹਾਂਜੀ, ਚੇਤਾ ਰੱਖਿਓ, ਗੁਰੂ ਅਰਜਨ ਸਾਹਿਬ ਜੀ ਦਾ ਬਚਨ ਸੀ। ਬਾਰ-ਬਾਰ ਕਹਿੰਦਾ ਸੀ, ਮਹਾਰਾਜ ਕੁੱਤਾ ਬਣ ਕੇ ਮਗਰ ਪੈ ਜਾਣਾ, ਤੇ ਮਹਾਰਾਜ ਕਹਿੰਦੇ ਫਿਰ ਪੈ ਜਾ, ਪਰ ਕੁੱਤੇ ਦੀ ਮੌਤ ਪੈੜੀ ਹੁੰਦੀ ਹੋ ਜੀ। ਹਾਂਜੀ। ਇੱਕ ਵਿਰਾਟ ਕਾ ਹਾਟ ਮੰਗਵੈ, ਹਾਂਜੀ। ਪਨਹੀ ਪੰਚ ਬਿਠਾਏ ਲਗਾਵੈ। ਇੱਕ ਵਿਰਾਟ ਕਾ ਹਾਟ ਮੰਗਾਵੈ। ਬਾਬਾ ਬਿਧੀ ਚੰਦ ਤੇ ਭਾਈ ਜੇਠਾ ਜੀ ਕਹਿੰਦੇ ਚੱਲ ਇੱਕ ਇੱਕ ਪੈਸਾ ਮੰਗ। ਆਖੋ ਵਾਹਿਗੁਰੂ। ਕੌਡੀਆਂ ਮੰਗ, ਇੱਕ ਇੱਕ ਮੰਗ, ਮੰਗਤਾ ਬਣਵਾ ਕੇ ਮੰਗਵਾਉਂਦੇ। ਤੇ ਜਿਹੜੀ ਦੁਕਾਨ ਤੇ ਲੈ ਕੇ ਜਾਂਦੇ ਨਾ, ਉਹਨੂੰ ਮਹਾਰਾਜ 6ਵੇਂ ਪਾਤਸ਼ਾਹ ਦਾ ਹੁਕਮ ਸੁਣਾਉਂਦੇ ਆ, ਤੂੰ 6ਵੇਂ ਪਾਤਸ਼ਾਹ ਦਾ ਸਿੱਖ ਤਾਂ ਹੈ ਜੇ ਇਹਦੇ ਸਿਰ 'ਚ 5 ਜੁੱਤੀਆਂ ਮਾਰੇਗਾ। ਉਹ ਕਹਿੰਦਾ ਅੱਛਾ, ਮਹਾਰਾਜ ਦਾ ਹੁਕਮ ਹੈ? ਉਹ ਕਹਿੰਦੇ ਹਾਂ। ਉਹ ਅਸਲੇ ਜੁੱਤੀ ਲਾਉਂਦਾ ਠਾ ਠਾ ਇਹਦੇ ਸਿਰ 'ਚ ਜੀ। ਉਹ ਕਹਿੰਦਾ 5 ਕਿਉਂ ਮਾਰਨੀਆਂ, ਵੱਧ ਮਾਰਦੇ ਆ। ਆਖੋ ਵਾਹਿਗੁਰੂ। ਹਾਂਜੀ। ਪੁੰਨ ਦੁਕਾਨ ਦੂਜੀ ਲੈ ਜਾਵੈ। ਫਿਰ ਦੂਜੀ ਦੁਕਾਨ ਤੇ ਲੈ ਗਏ ਜੀ। ਹਾਂਜੀ। ਤਿਸੀ ਪ੍ਰਕਾਰ ਤਹਾਂ ਬਿਠਾਵੈ। ਇਸੇ ਤਰ੍ਹਾਂ ਉੱਥੇ ਬਿਠਾਉਂਦੇ ਜੀ। ਨਾਲ ਚੰਡਾਲ ਹੈ, ਗਲ 'ਚ ਸੰਗਲੀ ਆ, ਕੁੱਤਿਆਂ ਵਾਂਗੂ ਫੜਿਆ ਜੀ ਚੰਡਾਲਾਂ ਨੇ। ਪੁਰ ਕੇ ਬਾਰਿਕ ਹੋਏ ਸਮੁਦਾਏ। ਤੇ ਉੱਥੇ ਬਿਠਾਉਂਦੇ, ਉਹਦੇ ਕੋਲ ਕੌਡੀ ਮੰਗਵਾਉਂਦੇ ਆ ਤੇ ਉਹਦੇ ਕੋਲ ਛਿੱਤਰ ਮਰਵਾਉਂਦੇ ਜੀ ਦੁਕਾਨਦਾਰ ਕੋਲੋਂ। ਸਾਰੇ ਗੁਰੂ ਬਾਜ਼ਾਰ 'ਚ ਇੰਜ ਫੇਰਿਆ ਜੀ। ਹਾਂਜੀ। ਹਰਖ ਧਾਰ ਸੁਨ ਆਵਤ ਧਾਏ। ਤੇ ਪੁਰ ਕੇ ਬਾਰਕ ਹੋਏ ਸਮੁਦਾਏ। ਤੇ ਫਿਰ ਬੱਚੇ ਇਕੱਠੇ ਹੋ ਗਏ ਜੀ। ਆਖੋ ਵਾਹਿਗੁਰੂ। ਬੱਚਿਆਂ ਨੂੰ ਤੇ ਵੱਖਰੀ ਚੀਜ਼ ਵਿਖਣੀ ਚਾਹੀਦੀ ਜੀ। ਨਿਆਣੇ ਉਹਨਾਂ ਦੇ ਮਗਰ ਜੀ। ਆ ਪਿੰਡ 'ਚ ਪਹਿਲਾਂ ਗੱਡੀ ਜਾਂਦੀ ਤੇ ਸਾਰੇ ਨਿਆਣੇ ਗੱਡੀ ਦੇ ਮਗਰ ਜੀ। ਕਿਉਂ? ਵੱਖਰੀ ਚੀਜ਼ ਲੱਗਦੀ ਹੁੰਦੀ ਹੈਗੀ ਜੀ। ਨਿਆਣਿਆਂ ਵੇਖਿਆ ਵੀ ਆ ਵੱਖਰੀ ਜੀ ਸ਼ੈ ਆ ਰਹੀ ਹੈ, ਬੜਾ ਬੁਰਾ ਹਾਲ ਹੈ। ਤੇ ਸਾਧ ਸੰਗਤ ਜੀ ਸਾਰੇ ਨਿਆਣੇ ਚੰਦੂ ਦੇ ਮਗਰ ਮਗਰ ਜੀ ਉਹਨੂੰ ਚੜਾ ਰਹੇ ਆ ਜੀ। ਹਾਂਜੀ। ਚੰਦੂ ਮਹੰਤ ਬਨਿਓ ਜਨਨੀਕਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਚੰਦੂ ਤੇ ਫਿਰ ਇਸ ਤਰ੍ਹਾਂ ਦਾ ਲੱਗਣ ਦਿਆ ਜਿਵੇਂ ਮਹੰਤ ਹੁੰਦਾ। ਮਹੰਤ ਬਣਿਆ ਇੱਕ। ਹਾਂਜੀ। ਮਸਤਕ ਚੋਟ ਲੱਗੀ ਜਨ ਟੀਕਾ। ਮੱਥੇ ਤੇ ਚੋਟ ਲੱਗੀ, ਖੂਨ ਵਗਦਾ। ਕਹਿੰਦੇ ਸਮਝੋ ਟਿੱਕਾ ਲੱਗਾ ਇਹਨੂੰ। ਹਾਂਜੀ। ਗਰ ਜੂਤਨ ਕੀ ਮਾਲ ਬੇਸਾਲਾ। ਤੇ ਸਿੱਖਾਂ ਨੇ ਫਿਰ ਕਮੀ ਨਹੀਂ ਨਾ ਛੱਡੀ। ਗਲ 'ਚ ਕਾਹਦਾ ਹਾਰ ਪਾਇਆ? ਜੁੱਤੀਆਂ ਦਾ ਹਾਰ ਵੀ ਪਿਆ ਜੀ ਗਲ 'ਚ। ਤ੍ਰਿਣ ਕੋ ਚੌਰ ਕਰੈ ਤਿਸ ਕਾਲਾ। ਤੇ ਜਿਵੇਂ ਮਹੰਤ ਚੌਰ ਕਰਾਉਂਦੇ ਆ ਨਾ, ਇੱਕ ਭਾਈ ਪਿੱਛੇ ਝਾੜੂ ਫੜ ਕੇ ਤੁਰਿਆ ਆਉਂਦਾ ਸੀ। ਕਹਿੰਦੇ ਉਹ ਚੌਰ ਸੀਗਾ ਜੀ ਇਹਦਾ ਜੀ। ਹਾਂਜੀ। ਬ੍ਰਿੰਦ ਬਾਲ ਕੇ ਸੰਗ ਜੋ ਚੇਰੇ। ਹਾਂ, ਬਾਕੀ ਜਿੰਨੇ ਨਿਆਣੇ ਪਿੱਛੇ ਚੜਾਉਣ ਦੇ, ਤਾੜੀਆਂ ਮਾਰਨ ਦੇ, ਸਮਝੋ ਇਸ ਮਹੰਤ ਦੇ ਚੇਲੇ ਸਨ। ਧੂਰ ਮੁਸ਼ਟ ਜਨ ਅਲਤਾ ਮੇਲੇ। ਤੇ ਆਪਣੇ ਫਿਰ ਮਹੰਤ ਤੇ ਗੁਲਾਲ ਵੀ ਤੇ ਪਾਉਣਾ ਹੁੰਦਾ ਨਾ, ਵਰਖਾ ਵੀ ਤੇ ਕਰਨੀ ਹੁੰਦੀ ਨਾ ਮਹੰਤ ਜੀ ਤੇ, ਗੁਲਾਲ ਪਾਉਣਾ ਹੁੰਦਾ। ਕਹਿੰਦੇ ਫੜ ਮਿੱਟੀ ਸਿਰ 'ਚ ਪਾਉਂਦੇ, ਸਮਝੋ ਗੁਲਾਲ ਹੀ ਹੈ। ਮਿਲੈ ਬਿਲੋਕਤ ਪਨਹੀ ਮਾਰੈ। ਮਨੋ ਭੇਟ ਦੇ ਜਨਮ ਸੁਧਾਰੈ। ਤੇ ਮਹੰਤ ਜੀ ਨੂੰ ਫਿਰ ਭੇਟਾ ਵੀ ਦੇਣੀ ਹੈ ਜੀ। ਮਹੰਤ ਜੀ ਲੰਘ ਰਹੇ ਆ, ਭੇਟਾ ਤਾਂ ਦੇਣੀ ਪੈਣੀ ਹੈ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ, ਉਹ ਫਿਰ ਮਿਲਣ ਵਾਲੇ ਭੇਟਾ ਦੇ ਵਿੱਚ ਜੁੱਤੀਆਂ ਦਿੰਦੇ ਆ ਮਹੰਤ ਨੂੰ ਜੀ। ਆਖੋ ਮਿਲਦੇ ਆ, ਜੁੱਤੀਆਂ ਮਾਰਦੇ ਆ। ਪਰ ਚੰਦੂ ਦੁਸ਼ਟ ਕੁੱਤੇ ਨੂੰ ਜੁੱਤੀਆਂ ਮਾਰਨ ਵਾਲੇ ਦਾ ਵੀ ਜਨਮ ਸੁਧਰ ਜਾਏਗਾ, ਕਹਿਣ ਲੱਗੇ। ਹਾਂਜੀ। ਮੇਰੇ ਖਿਆਲ ਨਾਲ ਨਾਮ ਤੇ ਭਾਵੇਂ ਨਾ ਜਪਿਆ ਜਾਵੇ, ਆਹ ਕੰਮ ਕਰਨ ਨੂੰ ਸਾਰੇ ਤਗੜੇ ਹੈਗੇ ਜੀ। ਆਖੋ ਇਸ ਕੰਮ ਨੂੰ ਸਾਰੇ ਹੀ ਤਗੜੇ ਵੀ। ਆਓ ਸਹੀ, ਆਵੇ ਤੇ ਸਹੀ ਕੋਈ ਜੀ। ਹਾਂਜੀ। ਅਨਕ ਪ੍ਰਕਾਰਨ ਗਾਰ ਨਿਕਾਰਤ। ਤੇ ਬੜੇ ਤਰੀਕਿਆਂ ਦੀਆਂ ਗਾਲਾਂ ਵੀ ਕੱਢਦੇ ਜੀ। ਫਿਰ ਜੀ ਗਾਲਾਂ ਤਾਂ ਆਪਣੇ ਪੰਜਾਬੀਆਂ ਨੂੰ ਤੋਹਫਾ ਹੀ ਹੈ ਜੀ ਇੱਕ ਜੀ। ਨਿੱਕੀ ਨਿੱਕੀ ਗੱਲ ਤੇ ਹੀ ਕੱਢੀ ਜਾਂਦੇ ਜੀ। ਹਾਂਜੀ। ਸਿਸ ਚੇਲੇ ਜਨ ਸੁਜਸ ਉਚਾਰਤ। ਤੇ ਉਹ ਕਹਿੰਦੇ ਵੀ ਉਹ ਜਿਹੜੇ ਪਿੱਛੇ ਗਾਲਾਂ ਕੱਢਣ ਦੇ ਆ ਨਾ, ਸਮਝੋ ਇਹ ਜਿਹੜਾ ਮਹੰਤ ਆ ਰਿਹਾ ਇਹਦੀਆਂ ਉਸਤਤ ਹੋ ਰਹੀ ਹੈ।
ਹਾਂਜੀ। ਸਗਰੇ ਪੁਰ ਬਾਜ਼ਾਰ ਮੈਂ ਫੇਰਾ। ਗੁਰੂ ਬਾਜ਼ਾਰ ਵਿੱਚ ਤੇ ਅੰਮ੍ਰਿਤਸਰ ਦੇ ਹੋਰ ਬਾਜ਼ਾਰਾਂ ਵਿੱਚ ਸਾਰਿਆਂ ਵਿੱਚ ਫਿਰਵਾਇਆ, ਭੀਖ ਮੰਗਵਾਈਏ ਤੇ 5-5 ਜੁੱਤੀਆਂ ਹਰ ਇੱਕ ਨੇ ਮਾਰੀਆਂ ਜੀ। ਜਨ ਪੂਜਾ ਹਿਤ ਪਾਵਤ ਫੇਰਾ। ਆਖੋ ਵਾਹਿਗੁਰੂ। ਕਹਿੰਦੇ ਮਹੰਤ ਬਣਿਆ, ਮਾਨੋ ਪੂਜਾ ਕਰਾਉਣ ਵਾਸਤੇ ਫੇਰਾ ਪਾਇਆ ਇਹਨੇ। ਹਾਂਜੀ। ਦੇਖ ਦੇਖ ਬੋਲੇ ਸਿੱਖ ਸਿਆਣੇ। ਸਿਆਣੇ ਸਿਆਣੇ ਗੁਰੂ ਜੀ ਦੇ ਸਿੱਖ ਜਿਹੜੇ ਆ ਨਾ, ਉਹ ਵੇਖ ਕੇ ਇਸ ਤਰ੍ਹਾਂ ਬੋਲ ਰਹੇ ਆ। ਇਹ ਗੁਰ ਦਰੋਹੀ ਮੂੜ ਮਹਾਨੇ। ਕਹਿੰਦੇ ਗੁਰੂ ਘਰ ਦਾ ਦਰੋਹੀ ਮੂਰਖ ਹੈਗਾ। ਹਾਂਜੀ। ਸ਼੍ਰੀ ਹਰਗੋਬਿੰਦ ਰਿਸ ਕਰ ਤੇ ਭਾਈ। ਸਾਡੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀਰ ਰਸ ਧਾਰਨ ਕਰਕੇ ਗਾਹਨ ਪ੍ਰਤੱਗਿਆ ਕਠਨ ਉਚਾਰੀ। ਤੇ ਮਹਾਰਾਜ ਨੇ ਫਿਰ ਪ੍ਰਤੱਗਿਆ ਕੀਤੀ ਸੀ ਜਦੋਂ ਤਖਤ ਸਾਹਿਬ ਤੇ ਬੈਠੇ ਸੀ ਵੀ ਚੰਦੂ ਨੂੰ ਫੜਨਾ ਹੈ। ਆਖੋ ਵਾਹਿਗੁਰੂ। ਅਕਾਲ ਤਖਤ ਸਾਹਿਬ ਬੈਠਦਿਆਂ ਹੀ ਸਤਿਗੁਰਾਂ ਨੇ ਪ੍ਰਤੱਗਿਆ ਕੀਤੀ ਸੀਗੀ ਤੇ ਮਾਨੋ ਸਾਡੇ ਸਤਿਗੁਰੂ ਜੀ ਦੀ ਪ੍ਰਤਿਗਿਆ ਜਿਹੜੀ ਆ ਨਾ, ਉਹ ਪੂਰੀ ਹੋਈ ਹੈ। ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਹਾਂਜੀ। ਕਰੀ ਸਪਥ ਵੱਡ ਪਾਤਕ ਹੋਏ। ਸੁਨ ਕਰ ਨਿਸ਼ਚਾ ਕਰੈ ਨਾ ਕੋਏ। ਤੇ ਜਦੋਂ ਮਹਾਰਾਜ ਨੇ ਇਹ ਫਿਰ ਪ੍ਰਤਿਗਿਆ ਕੀਤੀ ਤਾਂ ਉਦੋਂ ਸੋਚਦੇ ਸੀ ਵੀ ਐਡਾ ਵੱਡਾ ਕੰਮ ਕਿਵੇਂ ਹੋਏਗਾ। ਹਾਂਜੀ। ਬਾਲ ਬੈਸ ਤੇ ਭਖ ਹੈ ਆਨ। ਕਹਿੰਦੇ ਉਦੋਂ ਤੇ ਕਹਿਣ ਵਾਲੇ ਕਈ ਮਸੰਦ ਵੀ ਕਹਿੰਦੇ ਸੀ ਵੀ ਮਹਾਰਾਜ ਦੀ ਉਮਰ ਛੋਟੀ ਹੈ, ਐਵੇਂ ਹੀ ਬਚਨ ਕਰੀ ਜਾਂਦੇ ਆ। ਕਿਮ ਇਸ ਗਹ ਹੈ ਜੋ ਸ਼ਾਹ ਦੀਵਾਨ। ਉਹ ਬਾਦਸ਼ਾਹ ਦਾ ਦੀਵਾਨ ਹੈ, ਕਿਵੇਂ ਉਹਨੂੰ ਫੜਨਗੇ। ਹਾਂਜੀ। ਜੋ ਸਗਰੀ ਅਮਨੀ ਕੋ ਮਾਲਕ। ਬਾਦਸ਼ਾਹ ਸਾਰੀ ਧਰਤੀ ਦਾ ਮਾਲਕ ਹੈ, ਉਹਦਾ ਦੀਵਾਨ ਹੈ ਦੁਸ਼ਟ ਚੰਦੂ। ਤਿਸ ਕੀ ਕਾਰ ਤਿਸੀ ਇਸੀ ਕੇ ਤਾਲਿਕ। ਤੇ ਫਿਰ ਐਡਾ ਵੱਡਾ ਬਾਦਸ਼ਾਹ ਦੀ ਮਾਇਆ ਦੀ ਤੇ ਹੋਰ ਜਿੰਨੀ ਜ਼ਿੰਮੇਵਾਰੀ ਹੈ ਉਹ ਸਾਰੀ ਚੰਦੂ ਦੀ ਹੈ। ਐਡਾ ਖਾਸ ਬੰਦਾ ਹੋਵੇ, ਗੁਰੂ ਸਾਹਿਬ ਕਿਵੇਂ ਫੜਨਗੇ ਉਹਨੂੰ। ਹਾਂਜੀ। ਛਲ ਬਲ ਤੇ ਪੂਰਨ ਖਲ ਖੋਟਾ। ਫਿਰ ਛਲਿਆ ਵੀ ਬੜਾ ਤੇ ਤਾਕਤ ਵੀ ਹੈ, ਫੌਜ ਦੀ ਤਾਕਤ ਹੈ, ਮਾਇਆ ਦੀ ਤਾਕਤ ਹੈ ਤੇ ਖੋਟੀ ਬੁੱਧੀ ਦਾ। ਹਾਂਜੀ। ਜਿਸ ਕੋ ਹੁਕਮ ਨਾ ਕਿਨਹੂ ਹੋਟਾ। ਫਿਰ ਚੰਦੂ ਦਾ ਹੁਕਮ ਚੱਲਦਾ, ਕੋਈ ਉਹਦੇ ਹੁਕਮ ਨੂੰ ਰੋਕ ਨਹੀਂ ਸੀ ਸਕਦਾ। ਹਾਂਜੀ। ਗਹਿਓ ਜਾਏ ਕਿਮ ਔਖੇ ਬਾਤ। ਇਹ ਮਹਾਰਾਜ ਨੇ ਕਿਹੜੀ ਪ੍ਰਤਿਗਿਆ ਕਰ ਲਈ ਹੈ, ਚੰਦੂ ਨੂੰ ਫੜਨਾ ਤੇ ਔਖੀ ਗੱਲ ਹੈ। ਤਉ ਮਹਾ ਗੁਰ ਦਰੋਹੀ ਗਾਤ। ਤੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਤੇ ਕਰਦਾ, ਪਰ ਉਹ ਗੁਰੂ ਘਰ ਦਾ ਦੋਖੀ ਬੜਾ ਵੱਡਾ, ਮਹਾਰਾਜ ਕਿਵੇਂ ਫੜਨਗੇ। ਹਾਂਜੀ। ਤਿਸ਼ਟ ਸਕੈ ਨਹਿ ਮੂਰਖ ਮਾਨੀ। ਪਾਪ ਵਿਸਾਲ ਕਰੈ ਇਸ ਹਾਨੀ। ਆਖੋ। ਤੇ ਕਹਿਣ ਲੱਗੇ ਇਹ ਮੂਰਖ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਫੜਨ ਜਾਣਗੇ ਤੇ ਪਾਪ ਕਰੇਗਾ, ਕਈ ਤਰ੍ਹਾਂ ਦਾ ਨੁਕਸਾਨ ਪਹੁੰਚਾਏਗਾ, ਮਹਾਰਾਜ ਉਹਨੂੰ ਕਿਵੇਂ ਫੜਨਗੇ। ਹੁਤੀ ਪ੍ਰਤੀਤ ਨਾ ਗਹਿਬੇ ਬਾਯਾਹੂ। ਆਖੋ ਵਾਹਿਗੁਰੂ। ਤੇ ਸਿਆਣੇ ਸਿੱਖ ਕਹਿੰਦੇ ਵੀ ਕਈਆਂ ਨੂੰ ਭਰੋਸਾ ਨਹੀਂ ਸੀ ਹੈਗਾ, ਉਹ ਕਹਿੰਦੇ ਸੀ ਨਹੀਂ ਨਹੀਂ ਮਹਾਰਾਜ ਨਹੀਂ ਫੜ ਸਕਦੇ ਚੰਦੂ ਨੂੰ। ਹਾਂਜੀ। ਸ਼੍ਰੀ ਸਤਿਗੁਰ ਜੋੜਾ ਵੱਡ ਬਾਹੂ। ਪਰ ਗੁਰੂ ਹਰਗੋਬਿੰਦ ਸਾਹਿਬ ਵੀ ਬਾਹੂਬਲੀ ਨੇ, ਬੜੇ ਵੱਡੇ ਯੋਧੇ ਨੇ। ਹਾਂਜੀ। ਕਰੀ ਪ੍ਰਤੱਗਿਆ ਪੂਰਨ ਸਾਰੀ। ਲੋਕ ਕਹਿੰਦੇ ਸਨ ਮਹਾਰਾਜ ਪ੍ਰਤੱਗਿਆ ਨਹੀਂ ਪੂਰੀ ਕਰ ਸਕਦੇ, ਪਰ ਸਾਡੇ ਸਤਿਗੁਰੂ ਗਰੀਬ ਨਵਾਜ ਜੀ ਨੇ ਸਾਰੀ ਪ੍ਰਤੱਗਿਆ ਪੂਰੀ ਕੀਤੀ ਹੈ। ਹਾਂਜੀ। ਗਹਿ ਮਾਰਿਓ ਪਿਤ ਸ਼ਤਰੂ ਕੁਚਾਰੀ। ਤੇ ਆਪਣੇ ਪਿਤਾ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਬੁਰਾ ਕਰਨ ਵਾਲਾ ਦੁਸ਼ਟ ਛਤਰੀ ਚੰਦੂ ਜਿਹੜਾ, ਵਾਹਿਗੁਰੂ ਸ਼ਤਰੂ ਜਿਹੜਾ ਚੰਦੂ ਜਿਹੜਾ, ਉਹਨੂੰ ਮਹਾਰਾਜ ਨੇ ਹੁਣ ਮਾਰਨਾ ਹੈ। ਹਾਂਜੀ। ਦਾਵਾ ਕਰਨ ਧਨ ਗੁਰ ਕੇਰਾ। ਹਾਂਜੀ। ਇਹ ਗੱਜ ਮਾਰਿਓ ਮਸਤ ਬਡੇਰਾ। ਕਹਿੰਦੇ ਮਹਾਰਾਜ ਧੰਨ ਨੇ ਤੇ ਗੁਰੂ ਦੀ ਪ੍ਰਤਿਗਿਆ ਵੀ ਧੰਨ ਹੈ। ਹੱਥ ਜੋੜੋ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਿੰਨਾ ਮਹਾਰਾਜ ਦਾ ਨਾਂ ਗੱਜ ਕੇ ਲਵਾਂਗੇ ਉਨੀਆਂ ਖੁਸ਼ੀਆਂ ਵਾਲੀਆਂ ਗੱਲਾਂ 'ਚ ਚੇਤਾ ਰੱਖਿਓ। ਗੁਰੂ ਜੀ ਦੀਆਂ ਫੌਜਾਂ ਜਿਹੜੀਆਂ ਨੇ ਨਾ, ਸ਼ਹੀਦੀ ਫੌਜਾਂ, ਉਸ ਸਿੱਖ ਤੇ ਬੜਾ ਖੁਸ਼ ਹੁੰਦੀਆਂ 'ਚ, ਜਿਹੜਾ ਗੁਰੂ ਜੀ ਨੂੰ ਬਾਰ-ਬਾਰ ਧੰਨ ਕਹਿੰਦਾ ਤੇ ਗੱਜ ਗੱਜ ਕੇ ਕਹਿੰਦਾ।
ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਿੱਖ ਸਿਆਣੇ ਕਹਿੰਦੇ ਧੰਨ ਨੇ ਗੁਰੂ ਹਰਗੋਬਿੰਦ ਸਾਹਿਬ ਤੇ ਧੰਨ ਹੀ ਸਤਿਗੁਰਾਂ ਦੀ ਪ੍ਰਤਿਗਿਆ ਹੈ। ਇਹ ਗਜ ਮਾਰਿਓ ਮਸਤ ਬਡੇਰਾ। ਇਹ ਮਸਤ ਹਾਥੀ ਬਣਿਆ ਪਿਆ ਸੀ, ਇਹਨੂੰ ਮਹਾਰਾਜ ਨੇ ਮਾਰਿਆ ਹੈ। ਇਤਿਆਦਿਕ ਨਰ ਬਾਤ ਬਨਾਵੈ। ਇਸ ਤਰੀਕੇ ਨਾਲ ਲੋਕ ਗੱਲਾਂ ਕਰਦੇ ਹਨ। ਸ਼੍ਰੀ ਹਰਗੋਬਿੰਦ ਕੋ ਜਸ ਗਾਵੇ। ਤੇ ਮਹਾਰਾਜ ਛੇਵੇਂ ਪਾਤਸ਼ਾਹ ਗੁਰੂਆਂ ਦੇ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਕਰਦੇ ਆ, ਮਹਾਰਾਜ ਦੀਆਂ ਸਿਫਤਾਂ ਕਰਦੇ ਹਨ। ਕੋਠਨ ਪਰ ਅਰ ਪੌਰਨ ਬੀਚ ਹਾਂ। ਤ੍ਰਿਏ ਗਨ ਪਿਖ ਫਿਟ ਹੈ ਨਰ ਨੀਚ। ਕਹਿੰਦੇ ਕੋਠਿਆਂ ਤੇ ਚੜ ਚੜ ਕੇ ਇਸਤਰੀਆਂ ਖਲੋਤੀਆਂ ਦੁਸ਼ਟ ਨੂੰ ਵੇਖਦੀਆਂ ਤੇ ਕੀ ਕਰਦੀਆਂ, ਲਾਂਤਾਂ ਪਾਉਂਦੀਆਂ, ਫਿਟਕਾਰਾਂ ਪਾਉਂਦੀਆਂ। ਉਹ ਜਾਂਦਾ ਗੁਰੂ ਦਾ ਦੁਖੀ ਕੁੱਤਾ ਚੰਦੂ ਜਾਂਦਾ, ਉਹ ਜਾ ਰਿਹਾ ਕੁੱਤਾ ਚੰਦੂ, ਸੁਣਾ ਸੁਣਾ ਕੇ ਕਹਿੰਦੀਆਂ ਜੀ ਉਹਨੂੰ। ਤੇ ਆਪ ਬੀਬੀਆਂ ਗੱਜ ਕੇ ਕਹਿ ਦਿਓ ਕੌਣ ਹੈ ਚੰਦੂ। ਹਾਂ, ਫਿਟਕਾਰਾਂ ਪਾਉਂਦੀਆਂ, ਕੌਣ ਹੈ। ਇਹ ਵੇਲੋ ਬੀਬੀਆਂ ਗੱਜ ਕੇ ਨਹੀਂ ਬੋਲਦੀਆਂ, ਉਹ ਮਹਾਰਾਜ ਦੀ ਹਾਜ਼ਰੀ 'ਚ ਬੋਲਦੀਆਂ ਸੀਗੀਆਂ ਉਦੋਂ ਵੀ ਬੀਬੀਆਂ। ਕੌਣ ਹੈ। ਹਾਂ, ਫਿਟਕਾਰਾਂ ਪਾਉਂਦੀਆਂ, ਲਾਂਤਾਂ ਪਾਉਂਦੀਆਂ ਬੀਬੀਆਂ। ਹਾਂਜੀ, ਗੁਰ ਦਰੋਹੀ ਕੋ ਹੋਏ ਅਸਹਾਲ। ਤੇ ਨਾਲ ਕਹਿਣ ਲੱਗੀਆਂ ਇਹੋ ਹੀ ਹਾਲ ਹੁੰਦਾ ਜਿਹੜਾ ਗੁਰੂ ਨਾਲ ਮਾੜਾ ਕਰਦਾ ਨਾ, ਇਹੋ ਹੀ ਹਾਲ ਹੁੰਦਾ। ਹਾਂਜੀ, ਮਰ ਕਰ ਪਰੈ ਨਰਕ ਵਿਸਾਲ। ਮਰ ਮਰ ਕੇ ਨਰਕਾਂ 'ਚ ਪਏਗਾ ਦੁਸ਼ਟ। ਹਾਂਜੀ, ਬਹੁ ਸਜ਼ਾਏ ਦੇ ਜਾਏ ਬਿਠਾਵਾ। ਹਾਂਜੀ, ਸਮ ਚੰਡਾਲਨ ਮੇਲ ਮਿਲਾਵਾ। ਹਾਂਜੀ। ਖਾਨ ਪਾਨ ਤਿਨਹੀ ਸੋ ਕਰੇ। ਜੂਤਨ ਸੀਸ ਕਸ਼ਟ ਕੋ ਭਰੇ। ਸੋ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਬੜੀ ਸਜ਼ਾ ਦਿੱਤੀ ਉਹਨੂੰ। ਕੁੱਤਿਆਂ ਦੇ ਵਿੱਚ ਹੀ ਬਿਠਾਇਆ ਚੰਦੂ ਨੂੰ, ਸਾਰੇ ਨਗਰ 'ਚ ਫੇਰ ਕੇ ਕੁੱਤਿਆਂ ਵਿੱਚ ਹੀ ਖਾਣ ਪੀਣ ਨੂੰ ਦਿੱਤਾ ਜਾਂਦਾ ਹੈ ਜੀ। ਸੋ ਮਹਾਰਾਜ ਨੇ ਅਜੇ ਤੇ ਉਸ ਧਰਤੀ ਤੇ ਖੜਨਾ ਹੈ ਜਿਸ ਧਰਤੀ ਤੇ ਇਹਨੇ ਕਹਿਰ ਕਮਾਇਆ ਸੀਗਾ ਜੀ। ਲਾਹੌਰ ਦੀ ਧਰਤੀ ਤੇ ਕਹਿਰ ਕਮਾਇਆ ਸੀ, ਸਤਿਗੁਰਾਂ ਨੇ ਲਾਹੌਰ ਦੀ ਧਰਤੀ ਤੇ ਹੀ ਲੈ ਕੇ ਜਾਣਾ। ਉੱਥੇ ਆਫਰ ਕੇ ਫਿਰਦਾ ਹੁੰਦਾ ਸੀਗਾ ਗੁਰੂ ਹਰਗੋਬਿੰਦ ਸਾਹਿਬ ਨੇ, ਉੱਥੇ ਵੀ ਇਹਦੇ ਕੋਲੋਂ ਭੀਖ ਮੰਗਵਾਉਣੀ ਜੀ। ਕਿੱਥੇ ਗਿਆ ਮਾਣ ਤੇ ਕਿੱਥੇ ਗਿਆ ਹੰਕਾਰ। ਕਿਉਂ, ਪਾਪ ਕਮਾਵੰਦਿਆਂ ਤੇਰਾ ਹੋਏ ਨਾ ਬੇਲੀ ਕੋਏ ਨਾ ਬੇਲੀ ਰਾਮ। ਅੱਗੋਂ ਜੋ ਹੁੰਦਾ ਹੈ ਆਪਾਂ ਅਗਲੇ ਦਿਨਾਂ 'ਚ ਸਰਵਣ ਕਰਾਂਗੇ। ਆਖੋ ਹੁਣ 2 ਮਿੰਟ ਨਾਮ ਜਪ ਲਈਏ, ਫਿਰ ਖਿਮਾ ਮੰਗੀਏ। ਇਹ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਆ, ਨਰ ਅਚੇਤ ਪਾਪ ਤੇ ਡਰ ਰਹੇ। ਬੜਾ ਇਸ ਦੁਸ਼ਟ ਨੇ ਪਾਪ ਕੀਤਾ, ਹੁਣ ਸਜ਼ਾ ਭੁਗਤ ਰਿਹਾ ਹੈ। ਪਿਆਰ ਨਾਲ ਗੱਜ ਕੇ ਸਾਰੇ ਕਹੋ ਜੀ, ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ ਜਪ ਵਾਹਿਗੁਰੂ। ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ। ਗੱਜ ਕੇ ਜਪ ਵਾਹਿਗੁਰੂ ਜਪ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਨਾਮ ਜਪਣ ਦਾ ਬਲ ਬਖਸ਼ਣ। ਛੇਵੇਂ ਪਾਤਸ਼ਾਹ ਕਿਵੇਂ ਉਹਨੂੰ ਸਜਾ ਦਿੰਦੇ ਆ, ਇਹ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਪਿਆਰ ਦੇ ਨਾਲ ਸਾਰੀ ਸੰਗਤ ਭੁੱਲਾਂ ਚੁੱਕਾਂ ਨੂੰ ਮਾਫ ਕਰਦੇ ਹੋਏ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।